बाजार ਦੀਆਂ ਘੜੀਆਂ ਹੋਈਆਂ ਖਤਮ ਤੇ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਆਪਣਾ ਨਿਵੇਕਲਾ ਗੱਪਸ਼ਪ ਸ਼ੋ ਕਾਫੀ ਵਿਦ ਗੁਰਮੇਟ। ਸਾਡੇ ਪ੍ਰੋਗਰਾਮ ਦੇ ਪਹਿਲੇ ਖਾਸ ਮਹਿਮਾਨ ਹਨ ਨਿਊਯਾਰਕ ਦੇ ਉੱਗੇ ਸਮਾਜ ਸੇਵੀ ਅਮਰੀਕਾ ਦੀ ਰਾਜਨੀਤੀ 'ਚ ਆਪਣੀ ਇੱਕ ਵੱਖਰੀ ਪਹਿਚਾਣ ਬਣਾਉਣ ਵਾਲੇ ਪੰਜਾਬੀ ਸ਼ਖਸੀਅਤ ਹਰਪ੍ਰੀਤ ਸਿੰਘ ਤੋਂ ਜੋ ਕਿ ਨਿਊਯਾਰਕ ਸਿਟੀ ਕੌਂਸਲ ਦੀਆਂ ਚੋਣਾਂ 'ਚ ਜ਼ਿਲ੍ਹਾ 23 ਤੋਂ ਉਮੀਦਵਾਰ ਵੀ ਨੇ। ਤੇ ਉਹਨਾਂ ਨਾਲ ਗੱਲਬਾਤ ਅਤੇ ਚਰਚਾ ਕਰਨਗੇ ਨਿਊਯਾਰਕ ਦੇ ਪੰਜਾਬੀ ਮੀਡੀਆ ਜਗਤ ਦਾ ਇੱਕ ਜਾਣਿਆ ਪਹਿਚਾਣਿਆ ਨਾਮ ਆਪਣਾ ਪੰਜਾਬ ਮੀਡੀਆ ਗਰੁੱਪ ਨਿਊਯਾਰਕ ਦੇ CEO ਗੋਲਡ ਮੈਡਲਿਸਟ ਗੁਰਮੀਤ ਸਿੰਘ ਜੋ ਕਿ ਪਿਛਲੇ 16 ਸਾਲਾਂ ਤੋਂ ਪੰਜਾਬੀ ਅਤੇ ਪੰਜਾਬੀਅਤ ਦੀ ਸੇਵਾ ਵਿੱਚ ਜੁਟੇ ਹੋਏ ਨੇ। ਤੇ ਲਓ ਜੀ ਹਰਪ੍ਰੀਤ ਸਿੰਘ ਤੋਂ ਉਹਨਾਂ ਦੇ ਜੀਵਨ ਤੇ ਚੁਣਾਵੀ ਸਫ਼ਰ ਬਾਰੇ ਜਾਣਦੇ ਹਾਂ। ਇੱਧਰ ਲੰਘ ਜਾਓ, थैंक यू ਇੱਧਰ ਲੰਘ ਜਾਓ ਤੁਸੀਂ। थैंक यू महाराज थैंक यू फॉर कमिंग महाराज गो हैव रिसीव्ड कैंपेन ऑफिस साडा छोटा जिहा थैंक्स फॉर कमिंग। हाँ जी धूड़ साहब होर सुनाओ की बस ठीक है भाजी ਤੁਸੀਂ ਸੁਣਾਓ ਜੀ ਆਇਆਂ ਨੂੰ ਮਾਰੇ ਧੰਨਵਾਦ मैं ਕਰਦੇ दिखाया हुआ सी तो मैं तो धूड़ साहब को मिल चली Yeah. तो बाई चांस काफी उससे चलो Yeah. मुलाकात हो ਹੋ ਗਿਆ ਨਾਓ ਦਿਸ ਇਜ਼ और कितना चलती कंपेन कितना चलती ਕੈਂਪੇਨ ਭਾਜੀ ਜਿੱਥੇ ਜਿੱਥੇ ਤੁਸੀਂ ਥੋੜਾ ਜਿਹਾ ਸਾਡੇ ਤੋਂ ਦੂਰ ਵੀ ਆ ਗਏ ਹੋ ਨਾ ਨਹੀਂ ਦੂਰ ਤਾਂ ਭਾਜੀ ਦਿਲ ਨਹੀਂ ਦੂਰ ਹੋਣੇ ਚਾਹੀਦੇ ਆ ਕੋਈ ਡਿਸਟੈਂਸ ਹੈ ਦਿਸ ਇਜ਼ ਨਥਿੰਗ ਨਹੀਂ ਯਾ ਹੈ ਨਾ ਤੇ ਇਹ ਆਫਿਸ ਦੀ ਜਿਹੜੀ ਲੋਕੇਸ਼ਨ ਮਤਲਬ ਆਪਣਾ ਏਰੀਆ ਕੀ ਆ ਮਤਲਬ ਇਹ ਕਿਉਂ ਇਹ ਏਰੀਆ ਇੱਥੇ ਚੁਣਿਆ ਤੁਸੀਂ ਆਫਿਸ ਦੀ ਗੱਲ ਕਰਦੇ ਹੋ ਭਾਜੀ ਇਹ ਏਰੀਆ ਐਕਚੁਅਲੀ ਆਪਾਂ ਨੂੰ ਜਿਹੜਾ ਇਹ ਡਿਸਟ੍ਰਿਕਟ 23 ਕਹਿੰਦੇ ਆ ਕੁਇਨਸ ਕਾਉਂਟੀ ਦੇ ਸਿਟੀ ਕੌਂਸਲ ਦਾ ਨਾ 188 ਸਟਰੀਟ ਹੈ ਨਾ ਜਿਹੜੀ ਆਪਣੇ ਜਮੇਕਾ ਚ ਪੈਂਦੀ ਉੱਥੋਂ ਲੈ ਕੇ ਲੌਂਗ ਆਈਲੈਂਡ ਦੇ ਬਾਰਡਰ ਤੱਕ on the border means like ਜਿਹੜਾ ਲੈਂਗਡੇਲ ਸਟਰੀਟ ਪੈਂਦੀ ਹਾਂਜੀ ਜਿੱਥੇ ਕੱਟ ਆਫ ਹੁੰਦਾ ਹੈਗਾ Okay. ਉਸ ਤੋਂ ਅੱਗੇ ਲੌਂਗ ਆਈਲੈਂਡ ਨੈਸ਼ਨਲ ਕਾਉਂਟੀ ਸ਼ੁਰੂ ਹੋ ਜਾਂਦੀ ਹੈ ਨਿਊ ਹੈਡ ਪਾਰਕ ਵਿੱਚ ਆ ਗਿਆ ਨਿਊ ਹਾਈਡ ਪਾਰਕ ਦਾ ਥੋੜਾ ਪੋਰਸ਼ਨ ਵਿੱਚ ਹੈ ਥੋੜਾ ਅੱਛਾ ਠੀਕ ਹੈ ਜਿਹੜਾ ਕੁਈਨਸ ਦਾ ਸੈਕਸ਼ਨ ਹੈ ਨਿਊ ਉਹ ਹਾਈਡ ਹੈ ਪਾਰਕ ਵਿੱਚ। ਦਾ ਉਹ ਵਿੱਚ ਹੈ ਪਰ ਜਿਹੜਾ ਨੈਸ਼ਨਲ ਕਾਉਂਟੀ ਦਾ ਉਹ ਨਹੀਂ ਹੈਗਾ ਤੇ ਨਿਊ ਹੈਡ ਪਾਰਕ ਦੋ ਹਿੱਸਿਆਂ ਚ ਆ। ਹਾਂਜੀ ਉਹ ਡਿਵਾਈਡ ਹੋਇਆ ਹੈ ਇਹਦੇ ਫਲੋਰਲ ਪਾਰਕ ਵੀ ਹੈ ਜਿਹੜਾ ਉਹ ਵੀ ਦੋ ਹਿੱਸਿਆਂ ਦਾ ਫਲੋਰਲ ਪਾਰਕ ਲੌਂਗ ਆਈਲੈਂਡ 'ਚ ਵੀ ਆ ਤੇ ਇਹ ਫਲੋਰਲ ਪਾਰਕ ਆ ਫਲੋਰਲ ਪਾਰਕ ਦਾ ਏਰੀਆ ਪੈਂਦਾ ਇਹ ਬੈਲਰੋਸ 'ਚ ਆਪਾਂ ਬੈਠੇ ਅੱਛਾ। ਆ ਹਿਲ ਸਾਈਡ ਐਵਨਿਊ ਦੇ ਪਰਲੇ ਪਾਸੇ ਜਿਹੜਾ ਫਲੋਰਲ ਪਾਰਕ ਹੈ ਇਧਰ ਹੈ ਜਿਹੜਾ ਇਹ ਇਹ center point ਹੈ। ਹਾਂਜੀ ਇਹ ਜਾਨੀ ਕਿ ਵੀ ਆਹ ਜਿਹੜਾ ਲਿਟਲ ਨੈਕ ਹੈ ਨਾ ਇਹਦੇ ਨਾਲ ਤੇ ਇੱਥੇ ਜਿਹੜਾ ਹੈਗਾ ਵਿੱਚ ਇਦਾਂ ਲਾਈਨਾਂ ਹੈਗੀਆਂ ਜਿੱਥੋਂ ਵੀ ਉਹ ਡਿਵਾਈਡ ਹੁੰਦਾ ਹੈਗਾ ਤੇ ਇੱਧਰ ਨੂੰ ਹਾਂਜੀ ਇਹ ਈਸਟ ਆਪਣਾ ਈਸਟ ਵੈਸਟ ਹੋ ਗਿਆ ਨਾ ਨਾਰਥ ਸਾਊਥ ਹੈਗਾ ਜਮੇਕਾ ਐਵਨਿਊ ਤੋਂ ਨਾਰਥ ਆਲ ਦਾ ਵੇ ਅਪ ਟੂ LA ਐਕਸਪ੍ਰੈਸ ਤੋਂ ਥੋੜਾ ਜਿਹਾ ਨਾਰਥ ਹੈ ਜਿਹੜਾ ਨਾ ਇੱਕ ਬੇ ਸਾਈਡ ਦਾ ਥੋੜਾ ਏਰੀਆ ਪੈਂਦਾ ਜਿੱਥੇ ਕੁਈਨਸ ਕਮਿਊਨਿਟੀ ਕਾਲਜ ਨਹੀਂ ਹੈਗਾ ਉਹ ਰਾਈਟ ਯਾ ਉੱਥੇ ਉਹ ਏਰੀਆ ਜਿਹੜਾ ਨਾ ਉਹ ਵਿੱਚ ਥੋੜਾ ਏਰੀਆ ਹੈ ਜਿਹੜਾ ਵਿੱਚ ਪੈਂਦਾ ਹੈਗਾ ਤੇ ਇਟਸ ਹਿਊਜ ਡਿਸਟ੍ਰਿਕਟ ਆਪਣੇ ਸਾਡਾ ਆਪਣਾ ਭਾਈਚਾਰਾ ਵੀ ਕਾਫੀ ਇਸ ਏਰੀਆ ਇਸ ਏਰੀਆ ਦੇ ਵਿੱਚ ਆਪਣਾ ਭਾਈਚਾਰਾ ਬਹੁਤ ਹੈ ਇਹ ਜਿਹੜਾ ਡਿਸਟ੍ਰਿਕਟ 23 ਹੈ ਨਾ ਜੀ ਇਹਦੇ ਵਿੱਚ ਤੁਸੀਂ ਜਿਉਂ ਮੂਵ ਕਰਦੇ ਆ ਤੁਹਾਨੂੰ ਕਈ ਕਮਿਊਨਿਟੀਜ਼ ਮਿਲਦੀਆਂ ਠੀਕ ਹੈ ਜੀ ਤੁਹਾਨੂੰ ਆਪਣੇ ਪੰਜਾਬੀ ਫੋਰ ਐਗਜ਼ਾਮਪਲ ਹੋਰ ਕਿਹੜੀ ਕਮਿਊਨਿਟੀ ਹੈ ਆਪਣੇ ਹੁਣ ਪੰਜਾਬੀ ਵੀ ਮਿਲਦੇ ਆ ਤੁਹਾਨੂੰ ਇੰਡੀਆ ਚੋਂ ਹੀ ਤੁਹਾਨੂੰ ਮਿਲਣਗੇ ਬੰਗਾਲੀ ਮਿਲਣਗੇ ਮਲਿਆਲੀ ਮਿਲਣਗੇ ਹਾਂਜੀ ਜਿਹੜੇ ਤਮਿਲੀਅਨ ਨੇ ਉਹ ਘੱਟ ਆ ਪਰ ਮਲਿਆਲੀ ਜ਼ਿਆਦਾ ਆ ਠੀਕ ਹੈ ਤੇ ਫਿਰ ਤੁਹਾਨੂੰ ਮਿਲਣਗੇ ਆਪਣੇ ਗੁਜਰਾਤੀ ਕਮਿਊਨਿਟੀ ਬਹੁਤ ਆ ਅਦਰ ਦੈਨ ਇੰਡੀਅਨ ਤੇ ਪਾਕਿਸਤਾਨੀ ਕਾਫੀ ਹੈ ਇੱਥੇ
ਕੁਛ ਇੱਕ ਏਰੀਆ ਜਿਹੜਾ ਉੱਧਰ ਚੱਲ ਜਾਈਏ ਅਸੀਂ 188 ਸਟਰੀਟ ਦੇ ਕੋਲ ਨੂੰ, ਉੱਥੇ ਬੰਗਲਾਦੇਸ਼ੀ ਬਹੁਤ ਆ, ਇੰਡੋ ਕਰੀਬੀਅਨ ਬਹੁਤ ਆ, ਹਾਂਜੀ। ਫਿਰ ਸਪੈਨਿਸ਼ ਵੀ ਆ ਤੇ ਅਫਰੀਕਨ ਅਮਰੀਕਨ ਵੀ ਆ। ਤੇ ਜੇ ਅਸੀਂ ਫਰਦਰ ਨਾਰਥ ਚੱਲ ਜਾਈਏ ਤਾਂ ਉੱਥੇ ਤੁਹਾਨੂੰ ਯਹੂਦੀ ਵੀ ਮਿਲਦੇ ਆ, ਤੇ ਅੱਗੇ ਜਾ ਕੇ ਤੁਹਾਨੂੰ ਚਾਈਨੀਜ਼ ਤੇ ਆਪਣਾ ਉਹ ਕੋਰੀਅਨ ਵੀ ਮਿਲਦੇ ਆ। ਉਹ ਤਾਂ ਮੇਰੇ ਖਿਆਲ ਨਾਰਦਰਨ ਪਾਰਟ ਆ ਜਿਹੜਾ ਨਾ, ਹਾਂਜੀ, ਜਾਓ ਜਾ ਕੇ ਉੱਥੇ ਹੈਗਾ। ਜਾਣੀ ਕਿ ਕਹਿਣ ਦਾ ਮਤਲਬ ਇਹ ਆ ਕਿ ਡਿਸਟ੍ਰਿਕਟ ਦੇ ਵਿੱਚ ਤੁਹਾਨੂੰ ਹਰ ਕਿਸਮ ਦੀ ਕਮਿਊਨਿਟੀ ਮਿਲਦੀ ਹੈ। ਰਾਈਟ। ਤੇ ਤੁਸੀਂ ਫਿਰ ਜਿਹੜੀਆਂ ਦੂਜੀਆਂ ਕਮਿਊਨਿਟੀਜ਼ ਨੇ ਅਦਰ ਦੈਨ ਇੰਡੀਅਨਸ, ਉਹਨਾਂ ਨੂੰ ਕਿੱਦਾਂ ਤੁਸੀਂ ਕਰ ਰਹੇ ਹੋ ਅਟੈਂਡ? ਹਾਂਜੀ, ਬਿਲਕੁਲ ਕਰ ਰਹੇ ਹੈਗੇ ਆ। ਉਹਨਾਂ ਨੂੰ ਜਾ ਰਹੀ ਹੈ, ਮੇਲ ਵੀ ਕਰ ਰਹੇ ਆ, ਕਾਲਾਂ ਵੀ ਕਰ ਰਹੇ ਆ, ਤੇ ਮਿਲਣਾ ਵੀ ਆ, ਡੋਰ ਟੂ ਡੋਰ ਜਿਹਨੂੰ ਨੌਕਿੰਗ ਜਿਹਨੂੰ ਕਹਿ ਦਿੰਦੇ ਆ, ਉਹ ਵੀ ਕਰ ਰਹੇ ਆ। ਤੇ ਇਹ ਕੰਪੇਨਿੰਗ ਦੀ ਕਿਹੜੀ ਆ, ਮਤਲਬ ਕੀ ਹੈ, ਕਦੋਂ ਤੱਕ ਚੱਲਣੀ ਹੈ ਕੰਪੇਨਿੰਗ? ਆਪਣਾ 22 ਜੂਨ ਤੋਂ ਹੈਗਾ ਨਾ ਆਪਣਾ ਇਲੈਕਸ਼ਨ ਦੀ ਡੇਟ? ਅਰਲੀ ਵੋਟਿੰਗ ਹੈ ਜਿਹੜੀ ਉਹ 12 ਜੂਨ ਐਡਵਾਂਸ। ਉਸ ਤੋਂ ਪਹਿਲੇ ਤੁਹਾਡੀ ਕੰਪੇਨਿੰਗ ਨਹੀਂ, ਕੰਪੇਨਿੰਗ 22 ਤੱਕ ਚੱਲਣੀ। ਅੱਛਾ, ਐਂਡ ਤੱਕ ਠੀਕ ਹੈ, ਐਂਡ ਤੱਕ ਚੱਲਣੀ ਹੈਗੀ ਹੈ। ਤੇ 22 ਜੂਨ ਨੂੰ ਇਟਸੈਲਫ ਤੁਸੀਂ ਯਾਨੀ ਕਿ ਭਈ ਜਿੱਥੇ ਪੋਲਿੰਗ ਬੂਥ ਹੁੰਦੇ ਆ ਉਹ ਤੋਂ 100 ਫੁੱਟ ਦੀ ਡਿਸਟੈਂਸ ਦੇ ਉੱਤੇ ਘੱਟੋ ਘੱਟ ਜਿਹੜੀ ਐਂਟਰੈਂਸ ਆ, ਹਾਂਜੀ, 100 ਫੁੱਟ ਪਰੇ ਤੱਕ ਤੁਸੀਂ ਖੜ ਸਕਦੇ ਆ। ਉਹਨਾਂ ਨੂੰ ਆਪਣੇ ਵੋਚਰ ਵਗੈਰਾ ਦੇ ਸਕਦੇ ਹੋ, ਪਾਮ ਕਾਰਡ ਦੇ ਸਕਦੇ ਹੋ। ਤੇ ਪਰ ਬੇਸਿਕਲੀ ਉਦੋਂ ਤੱਕ ਬੰਦੇ ਆ ਜਿਹੜੇ ਉਹਨਾਂ ਦਾ ਆਪਣਾ ਮਾਈਂਡ ਆ ਜਿਹੜਾ ਨਾ ਬਿਲਡਅਪ ਹੋ ਚੁੱਕਾ ਹੈ ਹੁੰਦਾ ਫਿਰ ਕਿਹਨੂੰ ਵੋਟ ਪਾਉਣੀ। ਤੇ ਸੋ ਇਸ ਕਰਕੇ ਜਿਹੜਾ ਕ੍ਰਾਕਸ ਆ ਜਿਹੜਾ ਉਹ ਇਹ ਆ ਵੀ ਲੋਕਾਂ ਨੂੰ ਜਿਹੜੇ ਤਾਂ ਆਪਣੇ ਬੰਦੇ ਆ ਪੰਜਾਬੀ, ਉਹਨਾਂ ਤਾਂ ਮੇਰੇ ਬਾਰੇ ਪਤਾ ਹੀ ਹੈ ਤੇ ਕੀ ਕੁਛ ਕੀਤਾ, ਠੀਕ ਹੈ ਜੀ। ਤੇ ਜਿਹੜੇ ਨਾਨ ਪੰਜਾਬੀ ਹੈਗੇ ਆ ਉਹਨਾਂ ਨੂੰ, ਜਿਹੜੇ ਨਾਨ ਪੰਜਾਬੀ ਸਾਊਥ ਏਸ਼ੀਅਨ ਆ, ਉਹਨਾਂ ਨੂੰ ਵੀ ਥੋੜਾ ਬਹੁਤ ਆਈਡੀਆ ਹੈਗਾ। ਪਾਕਿਸਤਾਨੀ ਉਹਨਾਂ ਨੂੰ ਵੀ ਹੈਗਾ, ਬੰਗਾਲੀਆਂ ਨੂੰ ਵੀ ਹੈਗਾ। ਪਰ ਜਿਹੜੇ ਬਾਕੀ ਦੇ ਆ ਨਾ, ਉਹਨਾਂ ਨੂੰ ਇਹਦੇ ਬਾਰੇ, ਜਿਹੜੇ ਤਾਂ ਬੰਦੇ ਮੇਰੇ ਨਾਲ ਡਾਇਰੈਕਟਲੀ ਇਨ ਟੱਚ ਸੀਗੇ ਸੀ ਉਹਨਾਂ ਨੂੰ ਤਾਂ ਪਤਾ, ਪਰ ਕੁਛ ਇੱਕ ਬੰਦੇ ਆ ਜਿਹੜੇ ਉਹ ਸੀਗੇ ਸੀ ਜਿਹੜੇ ਭਈ ਨਹੀਂ ਕਦੀ ਇਨ ਟੱਚ ਹੋਏ। ਔਰ ਮੇਰਾ ਖਿਆਲ ਹੈ ਕਿ ਮੈਨੂੰ ਜਿਹੜਾ 2 ਹੋਰ ਜਿਹੜੇ ਇਸ ਡਿਸਟ੍ਰਿਕਟ ਦੇ ਵਿੱਚੋਂ ਬੰਦੇ ਰਨ ਕਰ ਰਹੇ ਆ, 2 ਨੇ ਮੈਨੂੰ ਇਨਡਾਇਰੈਕਟਲੀ ਐਂਡੋਰਸ ਕਰ ਦਿੱਤਾ ਹੈਗਾ ਵੀ ਜੇ ਅਸੀਂ ਆਪਣੇ ਵੋਟਰ ਆ ਜਿਹੜੇ ਉਹਨਾਂ ਨੂੰ ਕਹਿ ਰਹੇ ਹਾਂ ਵੀ ਪਹਿਲੀ ਉਹ ਪਹਿਲ ਹੈ ਜਿਹੜੀ ਸਾਡੀ ਆ, ਦੂਜੀ ਜਾਂ ਧੂਰ ਨੂੰ ਪਾਓ। ਠੀਕ ਹੈ, ਵਿੱਚ ਤੇ ਬਿਗ ਡੀਲ। ਦੇਖੋ ਨਾ, ਇੱਕ ਯਹੂਦੀ ਕੈਂਡੀਡੇਟ ਆ, ਦੂਜਾ ਗੋਰਾ ਆ। ਯਹੂਦੀ ਨੇ ਵੀ ਇਹ ਕਹਿਤਾ ਵੀ ਪਹਿਲ ਮੇਰੀ ਤੇ ਦੂਜੀ ਤੂਰ ਦੀ ਆ, ਤੇ ਹਾਂਜੀ ਹਾਂਜੀ, ਤੇ ਗੋਰਾ ਆ ਜਿਹੜਾ ਹੁਣ ਵੀ ਇਹੀ ਕਿਹਾ ਵੀ ਪਹਿਲ ਮੇਰੀ ਆ ਤੇ ਦੂਜੀ ਆ ਜਿਹੜੀ ਉਹ ਤੂਰ ਨੂੰ ਦਿਓ। ਇਨਡਾਇਰੈਕਟਲੀ ਤਾਂ ਐਂਡੋਰਸਮੈਂਟ ਹੋ ਗਈ ਨਾ, ਠੀਕ ਹੈ ਨਾ? ਜਾਂ ਅੱਛਾ ਤੂਰ ਸਾਹਿਬ, ਮੇਰੇ ਨਾ ਇੱਕ ਦਿਮਾਗ 'ਚ ਵੈਸੇ ਹੀ ਹੈ, ਤੁਹਾਡੇ ਕਰਕੇ ਨਹੀਂ ਹੈ, ਜਦੋਂ ਮੇਰੇ ਬੜੇ ਦਿਨ ਦਾ ਸਵਾਲ ਇੱਕ ਪੈਦਾ ਹੋ ਰਿਹਾ ਸੀਗਾ ਕਿ ਅਸੀਂ ਕੈਨੇਡਾ 'ਚ ਤਕਰੀਬਨ 100 ਸਾਲ ਤੋਂ ਉੱਤੇ ਹੋ ਗਏ ਨੇ। ਜੋ ਮੇਰੇ ਦਿਮਾਗ 'ਚ ਮੇਰੇ ਖਿਆਲ ਸੀ 1905 'ਚ ਕੈਲੀਫੋਰਨੀਆ ਐਂਟਰੀ ਕਰ ਗਈ ਸੀ, ਤੇ ਉਸ ਤੋਂ ਬਾਅਦ ਅਮਰੀਕਾ ਦੇ ਵਿੱਚ ਨਹੀਂ, ਕੈਨੇਡਾ 'ਚ ਆਏ ਹਾਂ ਅਸੀਂ 1905 'ਚ, ਤੇ ਇੱਥੇ 1916 'ਚ ਪਹਿਲੀ ਐਂਟਰੀ ਜਿਹੜੀ ਹੋਈ ਨਾ ਕੈਲੀਫੋਰਨੀਆ। ਤਕਰੀਬਨ 100 ਸਾਲ ਕਹਿ ਲਓ ਜਾਂ 10 ਸਾਲ ਉੱਤੇ ਥੱਲੇ ਕਹਿ ਲਓ। ਆਪਾਂ ਕੈਨੇਡਾ ਤੋਂ ਪਿੱਛੇ ਕਿਉਂ ਰਹਿ ਗਏ ਪੋਲਿਟਿਕਸ ਦੇ ਵਿੱਚ? ਤੁਸੀਂ ਸਮਝ ਗਏ ਨਾ ਮੇਰੀ ਗੱਲ? ਜਾਂ ਉਹਦੇ ਦੇਖੋ ਜੀ, ਜਿਹੜੀ ਚੀਜ਼ ਅੰਡਰਸਟੈਂਡ ਕਰਨੇ ਵਾਲੀ ਹੈ ਨਾ ਅਮਰੀਕਨ ਤੇ ਕੈਨੇਡੀਅਨ ਪੋਲਿਟਿਕਸ ਦੀ, ਕੁਛ ਇੱਕ ਫੈਕਟਰ ਹੈ। ਆਪਾਂ ਇੰਡੀਅਨ ਦੀ, ਪੰਜਾਬੀਆਂ ਦੀ ਖਾਸ ਕਰਕੇ ਗੱਲ, ਮੈਂ ਪੰਜਾਬੀਆਂ ਦੀ ਗੱਲ ਕਰਨ ਲੱਗਾ, ਪੰਜਾਬੀਆਂ ਦੀ ਗੱਲ ਕਰਨ ਲੱਗਾ। ਅਸੀਂ ਇਹ ਤਾਂ ਦੇਖਦੇ ਹਾਂ ਕਿ ਅਮਰੀਕਾ ਤੇ ਕੈਨੇਡਾ ਪੰਜਾਬੀ ਆ ਜਿਹੜੇ, ਤੇ ਕਿੰਨਾ ਫਰਕ ਆ ਪੋਲੀਟੀਕਲੀ, ਠੀਕ ਹੈ। ਪਰ ਅਸੀਂ 2-3 ਚੀਜ਼ਾਂ ਜਿਹੜੀਆਂ ਨਾ ਉਹ ਇਗਨੋਰ ਕਰਦੇ ਹਾਂ। ਸਾਰਿਆਂ ਤੋਂ ਪਹਿਲਾਂ ਤਾਂ ਇਹ ਆ ਕਿ ਕੈਨੇਡੀਅਨ ਜਿਹੜਾ ਇਲੈਕਟੋਰਲ ਸਿਸਟਮ ਹੈ ਉਹ ਡਿਫਰੈਂਟ ਹੈ। ਉਹ ਹੈਗਾ ਜਿੱਦਾਂ ਪਾਰਲੀਮੈਂਟਰੀ ਸਿਸਟਮ ਜਿੱਦਾਂ ਇੰਡੀਆ 'ਚ, ਇੰਗਲੈਂਡ 'ਚ, ਠੀਕ ਹੈ ਜੀ। ਅਮਰੀਕਾ ਦਾ ਸਿਸਟਮ ਹੈ ਜਿਹੜਾ ਪ੍ਰਾਇਮਰੀ ਵਾਲਾ ਹੈ, ਠੀਕ ਹੈ। ਉਹਦੇ ਨਾਲ ਨਾਲ ਇੱਕ ਹੋਰ ਚੀਜ਼ ਹੈ ਜਿਹੜੀ ਕਿ ਬਹੁਤ ਇਹ ਚੀਜ਼ ਵੀ ਕਾਊਂਟ ਕਰਦੀ ਹੈ। ਉਹ ਇਟ ਮੇਕਸ ਅ ਡਿਫਰੈਂਸ। ਜਾਂ ਦੂਜੀ ਆ ਦੂਜਾ ਜਿਹੜਾ ਮੇਨ ਹੈਗਾ ਆ, ਉਹ ਇਸ਼ੂ ਇਹ ਸਾਨੂੰ ਸਮਝਣਾ ਚਾਹੀਦਾ ਵੀ ਕੈਨੇਡਾ ਦੇ ਵਿੱਚ ਸਾਡੀ ਪੋਪੂਲੇਸ਼ਨ ਹੈ ਜਿਹੜੀ ਉਹ ਤਕਰੀਬਨ 2 ਤੋਂ 3% ਹੈ ਟੋਟਲ ਪੋਪੂਲੇਸ਼ਨ ਦਾ। ਲਾਈਕ ਵੀ ਆਰ ਇਨ ਇੰਡੀਆ, ਸੇਮ ਥਿੰਗ। ਹਾਂਜੀ, ਅਮਰੀਕਾ ਦੇ ਵਿੱਚ ਅਸੀਂ ਆਟੇ ਦੇ ਲੂਣ ਦੇ ਬਰਾਬਰ ਵੀ ਹੈ ਨਹੀਂ ਗੇ ਅਜੇ। ਅਮਰੀਕਾ ਦੀ 330 ਮਿਲੀਅਨ ਦੀ ਪੋਪੂਲੇਸ਼ਨ ਆ, ਠੀਕ ਹੈ, ਤੇ ਮੇਬੀ ਲਿਟਲ ਬਿਟ ਮੋਰ ਦੈਨ ਦੈਟ। ਤੇ ਅਸੀਂ ਉਸ ਸਾਡੀ ਮੇਰੇ ਖਿਆਲ 5-6 ਲੱਖ ਹੈ, ਆਈ ਥਿੰਕ ਸੋ। ਨਹੀਂ, 5-6 ਲੱਖ ਤੋਂ ਤਾਂ ਉੱਤੇ ਅਸੀਂ ਹੋ ਚੁੱਕੇ ਹਾਂ। ਮੇਰਾ ਖਿਆਲ ਹੈ ਜੇ ਅਸੀਂ ਓਵਰਆਲ ਥਰੂ ਆਊਟ ਅਮਰੀਕਾ ਦੇਖੀਏ ਤਾਂ ਸਾਡੀ ਪੋਪੂਲੇਸ਼ਨ ਵੀ ਹੈ ਟੱਚਿੰਗ ਕਲੋਜ਼ ਟੂ 1 ਮਿਲੀਅਨ ਪੀਪਲ
ਪ੍ਰੋਬਬਲੀ ਕੈਲੀਫੋਰਨੀਆ ਦੇ ਚੱਲੇ ਬੰਦੇ ਬਹੁਤ ਪੰਜਾਬੀ ਲਾਈਕ ਪੰਜਾਬੀ ਮੈਂ ਪੰਜਾਬੀ ਦੀ ਗੱਲ ਕਰ ਰਿਹਾ ਹਾਂ ਜਿਹੜੇ ਨਾ ਵੀ ਜਾਣੀ ਕਿ ਵੀ ਦੇਖੋ ਨਾ ਪਹਿਲੇ 100 ਸਾਲ ਤੋਂ ਆਏ ਹੈਗੇ ਆ ਜਿਹੜੇ ਪੁਰਾਣੇ ਬਸੰਦੇ ਅਸੀਂ ਸਿਰਫ ਨਵੇਂ ਆਏ ਨੂੰ ਨਾ ਗਿਣੀ ਜਿਹੜੇ ਪੁਰਾਣੇ ਪੰਜਾਬੀ ਆਏ ਵਾ ਜਿਹੜੇ ਉਹਨਾਂ ਵਿੱਚ ਲੈ ਰਹੇ ਵੀ ਆਰ ਕਲੋਜ਼ ਟੂ 1 ਮਿਲੀਅਨ ਪਰ ਅਸੀਂ ਸਕੈਟਰਡ ਹੈ ਅਸੀਂ ਇੱਕ ਥਾਂ ਤੇ ਇਕੱਠੇ ਨਹੀਂ ਹੈਗੇ ਰਾਈਟ ਠੀਕ ਹੈ ਨਾ ਇੱਕ ਤਾਂ ਉਹ ਫੈਕਟਰ ਹੈਗਾ ਦੂਜਾ ਜਿਹੜਾ ਫੈਕਟਰ ਹੈਗਾ ਜਿੱਦਾਂ ਇੱਥੇ ਦਾ ਮੈਂ ਤੁਹਾਨੂੰ ਦੱਸਿਆ ਹੈਗਾ ਵੀ ਇੱਥੇ ਦੀ ਪ੍ਰੋਸੈਸ ਹੈ ਜਿਹੜੀ ਉਹ ਇਹ ਆ ਵੀ ਤੁਸੀਂ ਪ੍ਰਾਇਮਰੀ ਰਨ ਕਰਨੀ ਪੈਂਦੀ ਜੋ ਕਿ ਮੈਂ ਹੁਣ ਕਰ ਰਿਹਾ ਠੀਕ ਹੈ ਜੀ ਤੇ ਪ੍ਰਾਇਮਰੀ ਤੁਹਾਨੂੰ ਜਿੱਤਣੀ ਪੈਂਦੀ ਹੈ ਪਰ ਮੈਂ ਇੱਕ ਚੀਜ਼ ਦਾ ਜਾਣੀ ਕਿ ਵੀ ਤੁਹਾਨੂੰ ਕਹਿ ਸਕਦਾ ਵੀ ਮੈਨੂੰ ਦੋ ਚੀਜ਼ਾਂ ਦਾ ਮੈਨੂੰ ਮੀਆਂ ਆਪਾਂ ਕਹਿ ਸਕਦੇ ਵੀ ਐਜ਼ ਏ ਟੂਰ ਨਹੀਂ ਐਜ਼ ਏ ਕਮਿਊਨਿਟੀ ਸਾਨੂੰ ਇਸ ਚੀਜ਼ ਦਾ ਮਾਣ ਕਰਨਾ ਚਾਹੀਦਾ ਭਈ 2010 ਦੇ ਵਿੱਚ ਮੈਂ ਸਿਟੀ ਕੌਂਸਲ ਡਿਸਟ੍ਰਿਕਟ 28 ਤੋਂ ਜਨਰਲ ਇਲੈਕਸ਼ਨ ਚ ਰਨ ਕੀਤਾ ਸੀ ਪ੍ਰਾਇਮਰੀ ਚ ਠੀਕ ਹੈ ਨੀ ਜਨਰਲ ਇਲੈਕਸ਼ਨ ਜਿਹੜੀ ਹੋਈ ਸੀ ਉਹ ਨਵੰਬਰ 2010 ਨੂੰ ਹੋਈ ਸੀ ਠੀਕ ਹੈ ਔਰ ਉਹਦਾ ਜਿਹੜਾ ਏਮ ਸੀ ਉਹ ਇਹ ਸੀ ਜੋ ਅੱਜ ਅਸੀਂ ਦੇਖ ਰਹੇ ਹਾਂ ਮੈਂ ਜਾਣ ਕੇ 2010 ਦੇ ਵਿੱਚ ਇਹ ਸੋਚਿਆ ਸੀ ਵੀ 2020 ਚ ਅਸੀਂ ਕਿੱਥੇ ਹੋਣੇ ਚਾਹੀਦੇ ਉਹ ਅੱਛਾ ਅੱਜ ਦੀ ਡੇਟ ਦੇ ਵਿੱਚ ਸਾਡੇ ਤਕਰੀਬਨ 6 ਤੋਂ ਵੱਧ ਕੈਂਡੀਡੇਟ ਆ ਜਿਹੜੇ ਜੁਦੀਆਂ ਸਿਟੀ ਕੌਂਸਲ ਦੀਆਂ ਸੀਟਾਂ ਤੇ ਰਨ ਕਰ ਰਹੇ ਅੱਜ ਦੀ ਡੇਟ 'ਚ 3 ਸਰਦਾਰ ਰਨ ਕਰ ਰਹੇ ਹੋਗਾ ਜੁਦੀਆ ਵੀ ਮੈਂ ਫੁੱਲ ਟਾਈਮ ਸਰਦਾਰ ਸ਼ੁਰੂ ਤੋਂ ਜਿਹੜੇ ਦੂਜੇ ਤੋਂ ਸਰਦਾਰ ਆ ਉਹ ਹੁਣ ਬਣੇ ਹੈਗੇ ਆ ਬਟ ਆਮ ਪ੍ਰਾਊਡ ਆਫ ਇਟ ਕਿ ਉਹਨਾਂ ਨੇ ਜਿਹੜਾ ਵੀ ਕਾਰਨ ਸੀ ਵੀ ਪੱਗ ਵਾਲੇ 3 ਸਰਦਾਰ ਰਨ ਕਰ ਰਹੇ ਆ ਮੈਂ ਤਾਂ ਤੁਹਾਨੂੰ ਜ਼ਰੂਰ ਦੇ ਦੇਖ ਰਿਹਾ ਇਦਾਂ ਜਦੋਂ ਮੈਂ ਆਇਆ ਇਸ ਕੰਟਰੀ ਕਿਉਂਕਿ ਆਈ ਰਿਫਿਊਜ਼ ਟੂ ਕੰਪਰੋਮਾਈਜ਼ ਇਸ ਇਸ਼ੂ ਦੇ ਉੱਤੇ ਨਾ ਪੱਗ ਵਾਲੇ ਤੇ ਦਾੜੀ ਦੇ ਕੇਸ ਦੇ ਉੱਤੇ ਮੈਂ ਕਿਹਾ ਵੀ ਜੇ ਤੁਸੀਂ ਇਹਨਾਂ ਚੀਜ਼ਾਂ ਦੇ ਉੱਤੇ ਤੁਹਾਡੇ ਜਿਹੜੇ ਫੰਡਾਮੈਂਟਲ ਰਾਈਟਸ ਹੈਗੇ ਜੇ ਉੱਤੇ ਕੰਪਰੋਮਾਈਜ਼ ਕਰ ਲਿਆ ਤਾਂ ਪਿੱਛੇ ਕੀ ਰਹਿ ਗਿਆ ਠੀਕ ਹੈ ਨਾ ਸਾਡਾ ਹੁਣ ਅਸੀਂ ਜੇ ਸਿੱਖੀ ਵੀ ਦੇਖੀਏ ਸਿੱਖੀਜ਼ਮ ਦੇ ਵਿੱਚ ਸਾਨੂੰ ਉਹ ਦੱਸਦੇ ਆ ਕਿ ਤੁਹਾਡਾ ਫਰੀडम ਆਫ ਰਿਲੀਜਨ ਫਰੀडम ਆਫ ਸਪੀਚ ਐਂਡ ਇਕੁਐਲਿਟੀ ਅਮਰੀਕਨ ਕਨਸਟੀਟਿਊਸ਼ਨ ਚੱਕ ਲਓ ਅਮਰੀਕਨ ਕਨਸਟੀਟਿਊਸ਼ਨ ਹੈ ਜਿਹੜਾ ਉਹ ਵੀ ਇਹ ਕਹਿੰਦਾ ਫਰੀडम ਆਫ ਰਿਲੀਜਨ ਠੀਕ ਹੈ ਜੀ ਫਰੀडम ਆਫ ਸਪੀਚ ਤੇ ਇਕੁਐਲਿਟੀ ਅਮਰੀਕਨ ਕਨਸਟੀਟਿਊਸ਼ਨ ਹੈ 200 ਸਾਲ ਪੁਰਾਣਾ ਸਾਡਾ ਧਰਮ ਹੈ ਜਿਹੜਾ 550 ਸਾਲ ਤੋਂ ਜ਼ਿਆਦਾ ਪੁਰਾਣਾ ਹੈ ਤਾਂ ਗੁਰੂ ਨਾਨਕ ਦੇਵ ਜੀ ਨੇ ਬਖਸ਼ਿਸ਼ ਦਿੱਤੀ ਠੀਕ ਹੈ ਨਾ ਹੁਣ ਸਵਾਲ ਇਸ ਚੀਜ਼ ਦਾ ਆ ਗਿਆ ਮੇਰੇ ਲਈ ਫਿਰ ਵੀ ਜੇ ਉਹ ਚੀਜ਼ਾਂ ਜਿਹੜੀਆਂ ਜੇ ਇੱਥੇ ਨਾ ਕਨਸਟੀਟਿਊਸ਼ਨ ਲਿਖੀ ਹੋਈਆਂ ਔਰ ਸਾਨੂੰ ਤਾਂ ਗੁੜਤੀ 'ਚ ਮਿਲ ਗਈਆਂ ਤੇ ਅਸੀਂ ਉਹਨੂੰ ਜੇ ਇੰਪਲੀਮੈਂਟ ਕਰਾਉਣਾ ਤਾਂ ਜਦੋਜਹਿਦ ਤਾਂ ਕਰਨੀ ਹੀ ਪੈਣੀ ਹੈ ਕਿਸੇ ਨਾ ਕਿਸੇ ਨੂੰ ਤਾਂ ਬਲੀ ਦਾ ਬੱਕਰਾ ਬਣਨਾ ਪੈਂਦਾ ਠੀਕ ਹੈ ਨਾ ਤੇ ਬੜਾ ਸੋਚ ਸਮਝ ਕੇ ਨਾ ਮੈਂ ਫਿਰ ਇਹ ਸੋਚਿਆ ਮੈਂ ਕਿ ਦੇਖ ਮਨਾ ਭਈ ਪੈਸਾ ਕੌਣੀ ਜਾਣੀ ਚੀਜ਼ ਹੈ ਠੀਕ ਹੈ ਪਰ ਜੇ ਅਸੀਂ ਕੁਝ ਚੀਜ਼ਾਂ ਕਰ ਜਾਂਦੇ ਕਮਿਊਨਿਟੀ ਲਈ ਠੀਕ ਹੈ ਅਸੀਂ ਚੱਲ ਜਾਣਾ ਲਾਈਕ ਐਵਰੀਬਾਡੀ ਐਲਸ ਪੰਜਾਬ ਐਵਨਿਊ ਬਣਿਆ ਨਾ ਰਿਚਮੰਡ ਹਿੱਲ 'ਚ ਗੁਰਦੁਆਰਾ ਸਟਰੀਟ ਬਣੀ ਰਿਚਮੰਡ ਹਿੱਲ 'ਚ ਅਸੀਂ ਸਾਰੇ ਅਗਲੀਆਂ ਦੇ ਚੱਲ ਜਾਣਾ ਰੋਕਣ ਲੱਗਾ ਵਿੱਚ ਕਿ ਸਿੱਖ ਕਲਚਰ ਸੋਸਾਇਟੀ ਦੇ ਵਿੱਚ ਤੁਸੀਂ ਮੁੱਖ ਸੇਵਾਦਾਰ ਰਹਿ ਚੁੱਕੇ ਹੋ ਹਾਂਜੀ ਚੇਅਰਮੈਨ ਵੀ ਰਹਿ ਚੁੱਕੇ ਹੋ ਠੀਕ ਨਾ ਉਹਦੇ ਕਰਕੇ ਤੁਹਾਡੀ ਮੇਰਾ ਖਿਆਲ ਸਾਨੂੰ ਹੁਣ ਮੁਸ਼ਕਲ ਨਹੀਂ ਆ ਰਹੀ ਹੋਣੀ ਨਹੀਂ ਕਿਉਂਕਿ ਤੁਸੀਂ ਆਲਰੇਡੀ ਨਾਮ ਰਹਿ ਗਏ ਪੋਲਿਟਿਕਸ ਔਰ ਫਿਰ ਉਸ ਤੋਂ ਬਾਅਦ ਜਿਹੜੀ ਅਮਰੀਕਨ ਪੋਲਿਟਿਕਸ ਦੇ ਵਿੱਚ ਵੀ ਤੁਸੀਂ ਆਲਰੇਡੀ ਐਕਟਿਵ ਹੈਗੇ ਆ ਇਹ ਨਹੀਂ ਹੈ ਕਿ ਤੁਸੀਂ ਤੁਹਾਡੇ ਵਾਸਤੇ ਕੋਈ ਨਵੀਂ ਗੱਲ ਹੈਗੀ ਹਾਂਜੀ ਜਿਹੜਾ ਨਾ ਇਸ਼ੂ ਜਿਹੜੇ ਜਿੱਦਾਂ ਮੇਰਾ ਦੇਖਣ ਦਾ ਜਿਹੜਾ ਨਜ਼ਰੀਆ ਹੈ ਠੀਕ ਹੈ ਸਾਡਾ ਇੱਕ ਬੇਸ ਹੈ ਜਿਹੜੇ ਅਮਰੀਕਨ ਪੋਲੀਟੀਸ਼ੀਅਨਸ ਹੈ ਨਾ ਉਹ ਆ ਜਿਹੜੇ ਉਹ ਇਹ ਦੇਖਦੇ ਆ ਭਈ ਕਿੱਥੇ ਕਿਹੜੀ ਚੀਜ਼ ਡਿਲੀਵਰ ਹੋ ਸਕਦੀ ਹੈ ਠੀਕ ਹੈ ਸਾਡੇ ਲੋਕੀ ਆ ਜਿਹੜੇ ਅਸੀਂ ਜਾਂਦੇ ਆ ਅਸੀਂ ਪੈਸੇ ਦਿੰਦੇ ਆ ਪਿਕਚਰਾਂ ਖਿਚਾਉਂਦੇ ਅਸੀਂ ਆ ਜਾਂਦੇ ਹਾਂ ਠੀਕ ਹੈ ਜੀ ਜਿੱਥੋਂ ਦਾ ਮੇਰਾ ਸਵਾਲ ਆ ਮੈਨੂੰ ਪਤਾ ਮੇਰੀਆਂ ਜੇਬਾਂ ਪੁੱਛ ਕੇ ਠੀਕ ਮੇਰੇ ਕੋਲ ਹੈ ਦੇਖ ਲਓ ਬਟ ਐਟ ਦਾ ਸੇਮ ਲੋਕਾਂ ਨੂੰ ਪਰ ਜਿਹੜੇ ਪੋਲੀਟੀਸ਼ੀਅਨਸ ਹੈ ਇਥੋਂ ਦੇ ਉਹਨਾਂ ਨੂੰ ਪਤਾ ਵੀ ਇਹ ਲੋਕੀ ਇਹਦੀ ਸੁਣਦੇ ਆ ਇਹ ਲੋਕਾਂ ਦੇ ਵਿੱਚ ਵਿਚ ਰਿਹਾ ਹੈ ਤੁਸੀਂ ਜਦੋਂ ਵੀ ਮੈਂ ਤੁਹਾਨੂੰ ਦੇਖਿਆ ਤੁਸੀਂ ਕਾਫੀ ਤੇਜ਼ ਚੱਲਦੇ ਜਿੱਦਾਂ ਪੋਲੀਟੀਕਲ ਬੰਦਿਆਂ ਦੇ ਜੇ ਕੋਈ ਰਿਵਾਜ ਹੈ ਤੇ ਚੱਲਣ ਦਾ ਜਾਂ ਕਿਦਾਂ ਦੇਖਿਆ ਮਨਮੋਹਨ ਸਿੰਘ ਨੂੰ ਦੇਖਿਆ ਹੋਣਾ ਤੁਸੀਂ ਉਹ ਇੰਨੀ ਉਮਰ ਦੇ ਵਿੱਚ ਜਦੋਂ ਤੁਰਦਾ ਦੇਖੋ ਉਹਨੂੰ ਬੜੀ ਤੁਹਾਡੀ ਉਹ ਚਾਲ ਹੈ ਨਹੀਂ ਉਹ ਜਿਹੜਾ ਹੈਗਾ ਉਹ ਇਸ ਕਰਕੇ ਆ ਵੀ ਉਦਾਂ ਦਾ ਐਕਸਰਸਾਈਜ਼ ਕਰਨ ਦਾ ਟਾਈਮ ਨਹੀਂ ਮਿਲਦਾ ਥੋੜਾ ਤੇਜ਼ ਤੁਰ ਲਈਦਾ ਉਹਦੇ ਨਾਲ ਕੈਲਰੀ ਥੋੜੀ ਬਹੁਤ ਬਰਨ ਹੋ ਜਾਂਦੀਆਂ ਹੈਗੀਆਂ ਹੋਰ ਕੋਈ ਕਾਰਨ ਨਹੀਂ ਹੈਗਾ ਠੀਕ ਹੈ ਤੇ ਬਾਕੀ ਇੰਨਾ ਜ਼ਰੂਰ ਹੈ ਵੀ ਮੇਰੇ 'ਚ ਇੱਕ ਹੈਬਿਟ ਹੈਗੀ ਆ ਉਹ ਚੰਗੀ ਆ ਜਾਂ ਮਾੜੀ ਆ ਵੀ ਜੇ ਮੈਂ ਟਾਈਮ ਦਿੰਦਾ ਤਾਂ ਮੈਂ ਟਾਈਮ ਦਾ ਬੜਾ ਪਾਬੰਦ ਹਾਂ
ਉਹ ਜ਼ਰੂਰੀ ਹੈ, ਉਹ ਸਭ ਤੋਂ ਜ਼ਰੂਰੀ ਉਹ ਬਹੁਤ ਜ਼ਰੂਰੀ ਹੈ। ਕਿਤੇ ਮਾਰਕੀਟਿੰਗ ਬੈਕਗ੍ਰਾਉਂਡ ਤੇ ਨਹੀਂ ਤੁਹਾਡੀ, ਨਹੀਂ, ਮੇਰੀ- ਮੈਂ ਵੀ ਮਾਰਕੀਟਿੰਗ ਫੀਲਡ 'ਚ ਰਿਹਾ ਨਾ, ਤੇ ਸਾਨੂੰ ਇਹ ਅਸੀਂ ਵੀ ਟਾਈਮ ਸਿਰ ਪਹੁੰਚਣਾ ਨਹੀਂ, ਮੇਰੀ ਮਾਰਕੀਟਿੰਗ ਬੈਕਗ੍ਰਾਉਂਡ ਕੋਈ ਨਹੀਂ ਹੈ। ਮੈਂ ਤਾਂ ਇੱਕ ਐਵੇਂ ਨਾ ਚੀਜ਼ ਬੰਦਾ ਛੋਟਾ ਜਿਹਾ ਕੋਸ਼ਿਸ਼ ਕਰ ਰਹੇ ਹੈਗੇ ਹਾਂ ਭਈ ਸਾਡੀ ਕਮਿਊਨਿਟੀ ਆ ਜਿਹੜੀ ਨਾ ਵੀ ਜਿੱਦਾਂ ਬਾਕੀ ਦੀਆਂ ਕਮਿਊਨਿਟੀ ਆ ਜਿਹੜੀਆਂ ਉਹਨਾਂ ਦੀ ਇੱਥੇ ਆ ਕੇ ਬਣੇ ਆਏ ਆ, ਉਹਨਾਂ ਦਾ ਹੈਗਾ ਆ ਦਬਦਬਾ ਹੈਗਾ ਆ, ਠੀਕ ਹੈ ਜੀ। ਸਾਡਾ ਵੀ ਉਹਨਾਂ ਦੇ ਬਰਾਬਰ, ਜੇ ਉਹਨਾਂ ਤੋਂ ਵੱਧ ਨਹੀਂ ਤਾਂ ਉਹਨਾਂ ਦੇ ਬਰਾਬਰ ਦਬਦਬਾ ਜ਼ਰੂਰ ਹੋਣਾ ਚਾਹੀਦਾ। ਬਿਲਕੁਲ ਚਾਹੀਦਾ, ਠੀਕ ਹੈ ਨਾ। ਤੇ ਪੋਲਿਟਿਕਸ ਵਿੱਚ ਹੀ ਆਣਾ ਬਾਕੀ ਰਹਿ ਗਏ ਆ, ਅਦਰਵਾਈਜ਼ ਦਬਦਬਾ ਹੈਗਾ ਇਹਨਾਂ ਕੋਲ। ਤੁਸੀਂ 911 ਤੋਂ ਬਾਅਦ ਤੁਸੀਂ ਬਹੁਤ ਕੰਮ ਕੀਤਾ, ਬਹੁਤ ਜ਼ਿਆਦਾ ਕੰਮ ਕੀਤਾ ਤੁਸੀਂ। ਸਾਨੂੰ ਪਤਾ ਸਾਡੇ ਅਸੀਂ ਦੇਖਿਆ ਕਿ ਤੁਸੀਂ ਪ੍ਰੋਬਲਮ ਆਉਣੀਆਂ ਸ਼ੁਰੂ ਹੋ ਗਈਆਂ ਸੀ, ਸਪੈਸ਼ਲੀ ਪ੍ਰੋਬਲਮ ਪਹਿਲਾਂ ਵੀ ਸੀਗੀਆਂ ਟਰਬਨ ਪੀਪਲ ਯੂ ਨੋ। ਯਾ ਪਰ ਗੱਲ ਉੱਥੇ ਚੱਲ ਜਾਂਦੀ ਹੈ ਵੀ ਤੁਸੀਂ ਐਕਸਕਿਊਜ਼ ਮੀ ਭਈ ਤੁਸੀਂ ਜੇ ਦੇਖਦੇ ਆ ਇਸ਼ੂ ਨੂੰ ਦੇਖਦੇ ਆ, ਪ੍ਰੋਬਲਮ ਨੂੰ ਦੇਖਦੇ ਆ, ਠੀਕ ਹੈ, ਉਹਨੂੰ ਰਿਜ਼ੋਲਵ ਕਰਨਾ ਕਿੱਦਾਂ ਕਰਨਾ, ਸੋਲੂਸ਼ਨ ਲੱਭਣਾ। ਸੋਲੂਸ਼ਨ ਉਹਦਾ ਕੀ ਹੋ ਸਕਦਾ ਉਹ ਦੇਖ ਕੇ ਫਿਰ ਤੁਹਾਨੂੰ ਸੋਲੂਸ਼ਨ ਵੱਲ ਨੂੰ ਕੰਮ ਕਰਨਾ ਪੈਂਦਾ ਵਿਦ ਡੈਡੀਕੇਸ਼ਨ। ਜੋ ਫਸਟ ਟਾਈਮ ਤੁਸੀਂ ਮਤਲਬ ਜਦੋਂ ਇਹਨਾਂ ਲੋਕਾਂ 'ਚ ਅਮਰੀਕਨ ਪੋਲਿਟਿਕਸ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਮਤਲਬ ਐਂਟਰ ਹੋਏ ਉਸ ਏਰੀਆ ਨੂੰ, ਤੁਸੀਂ ਮਹਿਸੂਸ ਨਹੀਂ ਸੀ ਕਰਦੇ ਜਦੋਂ ਆਫਿਸ ਦੇ ਵਿੱਚ ਉਹਨਾਂ ਦੇ ਜਾਣਾ ਜਾਂ ਕਿਧਰੇ ਤੇ ਮੈਂ ਪ੍ਰਬੰਧ ਬਣੀ ਆ ਜੀ ਮੈਨੂੰ ਇਹ ਕਿੱਦਾਂ ਮੈਂ ਐਵੇਂ ਹੀ ਤੁਹਾਨੂੰ ਕਹਾ ਭਈ ਮੈਂ ਉਸ ਚੀਜ਼ ਤੇ ਕਦੀ ਸੋਚਿਆ ਹੀ, ਕਿਉਂਕਿ ਮੇਰੇ ਵਾਸਤੇ ਜੋ ਸੋਚਦੇ ਉਹਨਾਂ ਦੀ ਸਿਰਦਰਦੀ ਹੈ, ਮੇਰੀ ਨਹੀਂ। ਤੁਹਾਨੂੰ ਕੋਈ ਸਵਾਲ ਹੈ ਮੈਨੂੰ ਪੁੱਛ ਲਓ, ਮੈਂ ਜਵਾਬ ਦੇ ਦੂੰ, ਠੀਕ ਹੈ ਜੀ। ਮੈਨੂੰ ਇਹ ਤਾਂ ਚੇਤਾ ਹੈ ਇੱਕ ਵਾਰੀ ਮੈਂ ਇੱਕ ਥਾਂ ਦੇ ਉੱਤੇ ਜੌਬ ਕਰਦਾ ਹੁੰਦਾ ਸੀਗਾ ਸੀ, ਤਾਂ ਉਹ ਉੱਥੇ ਨਾ ਸੀਗਾ ਸੀ ਬਜ਼ੁਰਗ ਰਹਿੰਦੇ ਹੁੰਦੇ ਸੀਗੇ ਸੀ। ਉਹ ਇੱਕ ਲੇਡੀ ਸੀ, ਉਹ ਮੇਰੇ ਮੈਂ ਜਾਂਦਾ ਹੁੰਦਾ ਸੀਗਾ ਸੀ ਤੇ ਮੈਨੂੰ ਨਾ 2 ਵਾਰੀ ਮਿਲੀ ਉਹ, ਜਦ ਤੀਜੀ ਵਾਰੀ ਮਿਲੀ ਤਾਂ ਮੈਨੂੰ ਉਹਨੇ ਰੋਕ ਲਿਆ। ਤੇ ਜਦ ਮੈਂ ਰੋਕਿਆ ਤਾਂ ਮੈਂ ਕਿਹਾ ਹਾਂਜੀ, ਤੇ ਮੈਨੂੰ ਕਹਿੰਦੀ ਵਾਈ ਡੋਂਟ ਯੂ ਗੋ ਹੋਮ, ਯੂ ਨੋ, ਸ਼ੇਵ, ਟੇਕ ਅ ਸ਼ਾਵਰ ਐਂਡ ਦੈਨ ਕਮ ਬੈਕ। ਕਹਿੰਦੀ ਤੇ ਗੁੱਸਾ ਕਰਨ ਦਾ ਕੋਈ ਫਾਇਦਾ ਨਹੀਂ ਸੀ। ਤੇ ਮੈਂ ਉਹਨੂੰ ਇੱਕੋ ਗੱਲ ਕਹੀ, ਮੈਂ ਕਿਹਾ ਭਈ ਹਾਊ ਯੂ ਨੋ ਭਈ ਆਈ ਟੇਕ ਸ਼ਾਵਰ ਔਰ ਨਾਟ, ਮੇਬੀ ਆਈ ਟੇਕ ਸ਼ਾਵਰ ਮੋਰ ਦੈਨ ਵਾਟ ਯੂ ਥਿੰਕ ਐਂਡ ਵਾਟ ਯੂ ਨੋ। Yeah. Like I don't know how many times during a day you take shower, but I know myself that I take a shower once in the morning and once in the evening. Yeah. But what you're looking at, that's my articles of faith and that's me. Well, if you don't like it, there's nothing I can do. And I just walked away. ਪੂਰਾ ਕੌਨਫੀਡੈਂਸ ਸੀਗਾ। ਕਿਉਂਕਿ ਭਾਜੀ why I should I be afraid of anything? ਠੀਕ ਹੈ ਨਾ। ਹੁਣ ਇੰਟਰਵਿਊ ਵਗੈਰਾ ਹੁੰਦੀਆਂ ਆ, ਦੂਜੇ ਅਖਬਾਰਾਂ ਵਾਲੇ ਵੀ ਆ। ਹੁਣ ਤੁਸੀਂ ਇੱਥੇ ਦੇਖੋ ਭਈ ਤੁਹਾਨੂੰ ਮੈਂ ਬਿਲਕੁਲ ਕਿਤੇ ਪਿਕਚਰ ਪਈ ਹੈਗੀ ਆ ਮਰਾਠਾ ਦੇ ਵਿੱਚ ਨਾ ਐਂਟੀ ਏਸ਼ੀਅਨ ਹੇਟ ਕ੍ਰਾਈਮ ਦਾ ਪ੍ਰੈਸ ਕਾਨਫਰੰਸ ਹੋਈ ਸੀ। ਹਾਂਜੀ ਹਾਂਜੀ। ਮੈਂ ਉੱਥੇ ਗਿਆ, ਚੱਕ ਸ਼ੂਮਰ ਜੋ ਕਿ ਸੈਨੇਟ ਦਾ ਮੈਜੋਰਟੀ ਲੀਡਰ ਹੈ ਉਹ ਉੱਥੇ ਸੀ, ਗ੍ਰੇਸ ਮੈਂਗ ਜੋ ਕਿ ਇੱਥੋਂ ਦੀ ਕਾਂਗਰਸਮੈਨ ਹੈ ਉਹ ਉੱਥੇ ਸੀ, ਠੀਕ ਹੈ ਜੀ। ਉਹ ਜਦ ਸਾਰੇ ਬੁਲਾਰੇ ਬੋਲ ਹਟੇ, ਚੱਕ ਸ਼ੂਮਰ ਨੇ ਮੈਨੂੰ ਕਿਹਾ ਕਿ ਕਹਿੰਦਾ ਵੁੱਡ ਯੂ ਲਾਈਕ ਟੂ ਸੇ ਸਮਥਿੰਗ। ਮੈਂ ਕਿਹਾ ਸ਼ੋਰ, ਵਾਈ ਨਾਟ। ਔਰ ਮੈਂ ਉੱਥੇ ਬੋਲਿਆ, ਅਤੇ ਮੈਂ ਬੋਲ ਕੇ ਹਟਿਆ। ਉਹ ਤੋਂ ਬਾਅਦ ਚੱਕ ਸ਼ੂਮਰ ਨੇ ਕਿਹਾ, ਕਹਿੰਦਾ ਯੂ ਰੀਲੀ ਸਪੋਕ ਵੈਲ। ਮੈਂ ਕਿਹਾ ਬਿਕੋਜ਼ ਆਈ ਹੈਵ ਗੋਨ ਥਰੂ ਇਟ। ਦੇਖੋ ਨਾ ਭਈ ਇੱਕ ਤੁਸੀਂ ਕਿਸੇ ਕੋਲੋਂ ਸੁਣ ਕੇ ਕਿ ਬਿਮਾਰੀ ਕੀ ਚੀਜ਼ ਆ, ਉਹਨੂੰ ਤੁਸੀਂ ਮੈਂਟਲੀ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ, ਪਰ ਬਿਮਾਰੀ ਜਿਹੜੀ ਬਿਮਾਰੀ ਦੀ ਵੀ ਉਹ ਬੰਦਾ ਗੱਲ ਕਰਦਾ ਨਾ, ਜਿਹਨੂੰ ਹੋਈ ਹੁੰਦੀ ਆ ਉਹਨੂੰ ਜ਼ਿਆਦਾ ਪਤਾ ਹੁੰਦਾ, ਠੀਕ ਹੈ ਜੀ। ਹੁਣ ਕਿਉਂਕਿ ਮੈਨੂੰ ਜਿੱਦਣ ਦਾ ਮੈਂ ਲੈਂਡ ਕੀਤਾ ਹੈਗਾ ਆ, ਮੇਰੇ ਤੇ ਦੋਨੋਂ ਜੋ ਵੀ ਹੁੰਦਾ ਰਿਹਾ ਹੈਗਾ, ਹੇਠ ਦਾ ਵੀ ਤੇ ਦੂਜਾ ਵੀ, ਮੈਨੂੰ ਤਾਂ ਪਤਾ। ਸੋ ਇਸ ਕਰਕੇ ਮੇਰਾ ਤਾਂ ਫਸਟ ਹੈਂਡ ਐਕਸਪੀਰੀਅੰਸ ਹੈ। ਵੈਨ ਆਈ ਟਾਕ ਅਬਾਊਟ ਇਟ, ਆਈ ਟਾਕ ਫਰੋਮ ਦੈਟ ਐਂਡ। ਮੈਨੂੰ ਕਿਸੇ ਨੂੰ ਕੋਈ ਆ ਕੇ ਮੈਨੂੰ ਦੱਸਣ ਦੀ ਲੋੜ ਨਹੀਂ ਹੈ ਭਈ ਜੀ ਮੇਰੇ ਕੋਲ ਜਿੱਦਾਂ ਵੀ ਆਪਾਂ ਹੁਣ ਤੁਸੀਂ ਆਏ ਆ ਤਾਂ ਤੁਸੀਂ ਆ ਕੇ ਮੈਨੂੰ ਦੱਸੋ ਵੀ ਤੂਰ ਸਾਹਿਬ ਇੱਦਾਂ ਇੱਦਾਂ ਆ, ਅਸੀਂ ਇਹਨੂੰ ਫੇਡ ਕਰਾਂਗੇ, ਕਹਾਂਗੇ ਜਾਂ ਕੀ ਕਹਾਂਗੇ, ਯੂ ਨੋ ਵਾਟ ਆਈ ਮੀਨ। ਸੋ ਮੈਨੂੰ ਬੜੀ ਖੁਸ਼ੀ ਹੁੰਦੀ ਆ ਭਈ ਜਦ ਵੀ ਕੋਈ ਸਰਦਾਰ, ਹੁਣ ਤਾਂ ਚਲੋ ਆਪਣੇ ਸੁੱਖ ਨਾਲ ਬਹੁਤ ਹੋ ਗਏ ਆ, ਮੇਰੇ 3 ਦੋਸਤ ਆ। ਤੁਹਾਡਾ ਫੇਰ ਸਵਾਲ ਪੁੱਛੋ, ਮੈਂ ਜਿਹੜਾ ਹਰ ਚੀਜ਼ ਨਾ ਬਹੁਤ ਜ਼ਰੂਰੀ ਆ। ਮੇਰੇ 3 ਦੋਸਤ ਆ, ਉਹ ਸਾਡੀ ਦੋਸਤੀ ਸਿਰਫ ਇਸ ਕਰਕੇ ਪਈ ਸੀ ਵੀ ਉਹਨਾਂ ਦੇ ਵੀ ਪੱਗ ਸੀ ਜਦ ਮੈਂ ਇੱਥੇ ਆਇਆ, ਮੇਰੇ ਵੀ ਪੱਗ ਸੀ। ਅਸੀਂ ਸਾਬੇ ਲਿਆਇਆ, ਉਹ ਕਿਸੇ ਡੱਬੇ 'ਚ, ਮੈਂ ਕਿਸੇ 'ਚ,
ਦੂਰੋਂ ਸਾਨੂੰ ਇੱਕ ਦੂਜੇ ਦੀ ਨਿਗਾਹ ਪਈ, ਪੱਗ ਦੇ ਉੱਤੇ ਨਿਗਾਹ ਪਈ, ਠੀਕ ਹੈ ਜੀ। ਅਸੀਂ ਇੱਕ ਦੂਜੇ ਨੂੰ ਤੁਰ ਪਏ, ਉੱਥੇ ਆ ਕੇ ਮਿਲੇ, ਗੱਲਬਾਤ ਹੋਈ, ਟ੍ਰੇਨ ਚੋਂ ਨਿਕਲ ਕੇ ਬੈਠ ਕੇ ਚਾਹ ਸ਼ਾਹ ਪੀਤੀ, ਪੁੱਛਿਆ ਦੱਸਿਆ, ਉਹ ਅੱਜ ਤੱਕ ਅਸੀਂ ਦੋਸਤ ਹਾਂ ਜੀ। ਅੱਛਾ, ਉਹ ਨਾ ਮੈਨੂੰ ਗੱਲਾਂ ਯਾਦ ਆ ਗਈ ਜਦੋਂ ਸ਼ੁਰੂ ਚ ਮੈਂ 96 ਚ ਆਇਆ ਸੀ ਤੇ ਜਿਹੜੇ ਇੱਕ ਗੈਸ ਸਟੇਸ਼ਨ ਤੇ ਜਿੱਥੇ ਅਸੀਂ ਕੰਮ ਸ਼ੁਰੂ ਕੀਤਾ ਸੀਗਾ, ਉੱਥੋਂ ਨਾ ਵੈਲੀ ਸਟੇਸ਼ਨ ਦੀ ਗੱਲ ਕਰ ਰਿਹਾ ਮੈਂ, ਉਦੋਂ ਕਿੱਥੇ ਕੋਈ ਬੰਦਾ ਆਪਣਾ ਤੇ ਨਜ਼ਰ ਨਹੀਂ ਸੀ ਆਉਂਦਾ। ਤੇ ਇਹ ਚਾਵਲਾ ਨਹੀਂ ਹੈਗਾ ਜਿਨ੍ਹਾਂ ਦਾ ਗੈਸ ਸਟੇਸ਼ਨ ਸੀ, ਉਹਨਾਂ ਦਾ ਮਾਲ ਦੇ ਵਿੱਚ ਲੋਟਰੀ ਦਾ ਕਾਫੀ ਵੱਡਾ, ਹਾਂਜੀ ਹਾਂਜੀ ਹਾਂਜੀ, ਇਹ ਸਿਰੇ ਉੱਥੋਂ ਲੰਘਦੇ ਸੀ ਗੱਡੀ ਦੇ, ਔਰ ਮੈਂ ਦੇਖਿਆ ਸਰਦਾਰ ਜੀ ਜਾ ਰਹੇ, ਲੰਘਣ ਦਾ ਟਾਈਮ ਸੀ ਉਹਨਾਂ ਦਾ 9:30-10 ਵਜੇ। ਇੱਕ ਦਿਨ ਮੈਂ ਅੱਗੇ ਹੋ ਕੇ ਸੜਕ ਦੇ ਕਿਨਾਰੇ ਖੜ ਗਿਆ ਵੀ ਇਹ ਮੈਨੂੰ ਦੇਖੇ, ਮੈਂ ਤੈਨੂੰ ਦੇਖ ਹੀ ਰਿਹਾ, ਉਹਨੇ ਫਿਰ ਗੱਡੀ ਰੋਕ ਲਈ। ਮਤਲਬ ਸਿਰਫ ਉਹਨੇ ਹਾਲਾਂਕਿ ਮੈਂ ਪੱਗ ਨਹੀਂ ਸੀ ਬੰਦਾ ਉਸ ਵੇਲੇ, ਪਤਾ ਲੱਗ ਜਾਂਦਾ ਸੀ ਆਪਾਂ, ਲੇਕਿਨ ਉਹ ਪਤਾ ਲੱਗ ਜਾਂਦਾ ਤੇ ਮੈਂ ਅਸੀਂ ਮਤਲਬ ਚੰਗੇ ਸਾਡੀ ਪੰਜਾਬੀਆਂ ਨੇ ਵੈਸੇ ਵੀ ਆਪਣੀ ਦੇਖਿਆ, ਆਪਣੀ ਜੁਦੀ ਪਛਾਣ ਹੈ। ਤੇ ਚਲੋ ਇਹ ਮਤਲਬ ਜਿਹੜੀ ਨਾਮ ਚੇਂਜ ਵਾਲੀ ਹੈਗੀ ਆ, ਇਹ ਬੜਾ ਵੱਡਾ ਤੁਸੀਂ ਇੱਕ ਰੋਲ ਕੀਤਾ, ਠੀਕ ਨਾ। ਪਰਮਾਤਮਾ ਕਰਾਉਣੇ ਵਾਲਾ ਹੁੰਦਾ, ਬੰਦਾ ਜਰੀਆ ਬਣਦਾ, ਮੈਂ ਜਰੀਆ ਬਣਿਆ ਉਸ ਚੀਜ਼ ਦਾ, ਹਾਂਜੀ। ਔਰ ਮੇਰਾ ਖਿਆਲ ਹੈ ਵੀ ਜਿੰਨੀ ਟਿਕਟੌਕ ਤੇ ਸੋਸ਼ਲ ਮੀਡੀਆ ਦੇ ਉੱਤੇ ਪੰਜਾਬ ਐਵਨਿਊ ਦੀ ਐਡਵਰਟਾਈਜ਼ਿੰਗ ਹੋਈ ਆ, ਬਹੁਤ ਜ਼ਿਆਦਾ, ਕਿਸੇ ਦੀ ਨਹੀਂ ਹੋਈ। ਇੱਥੋਂ ਤੱਕ ਕਿ ਜਿੱਦਣ ਉਹ ਲੱਗਾ, ਉਹ ਤੋਂ ਅਗਲੇ ਦਿਨ ਕੈਪਟਨ ਅਮਰਿੰਦਰ ਦੀ ਟ੍ਰਿਬਿਊਨ ਦੇ ਵਿੱਚ ਸਟੇਟਮੈਂਟ ਆਈ ਆ, ਉਹਨੇ ਵਧਾਈਆਂ ਦਿੱਤੀਆਂ ਕਮਿਊਨਿਟੀ ਨੂੰ, ਹਾਂ ਇਹ ਪਤਾ ਪਰ ਅਚੀਵਿੰਗ ਕਰ, ਹਾਂਜੀ। ਸੋ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨਾ, ਦੋਜ਼ ਆਰ ਦ ਥਿੰਗਸ ਵਿਚ ਮੈਟਰ। ਅੱਛਾ, ਮੈਨੂੰ ਨਾ ਇੱਕ ਅਮਰੀਕਨ ਮਿਲਿਆ, ਮੈਂ ਸ਼ਾਇਦ ਮਤਲਬ ਹੁਣ ਇੰਨਾ ਫਰਕ ਪੈ ਗਿਆ, ਇਹ ਉਹਦੀ ਵਰਡਿੰਗ ਆ, ਕਹਿੰਦੇ ਵੀ ਜਿੱਥੇ ਤੁਹਾਡੇ ਵਰਗਾ ਪੱਗ ਵਾਲਾ ਬੈਠਾ ਹੋਵੇ ਨਾ, ਕਿ ਮਤਲਬ ਅਸੀਂ ਤਾਂ ਚਲੋ ਇਹ ਚੀਜ਼ ਕਹਿੰਦੇ ਆ, ਬੜਾ ਇੱਕ ਗੁਰੂ ਦੀ ਦੇਣ ਆ। ਉਹ ਕਹਿੰਦਾ ਵੀ ਜਿਹੜਾ ਫੋਟੋਗ੍ਰਾਫਰ ਹਾਲ ਦੇ ਵਿੱਚ ਕਵਰ ਕਰ ਰਿਹਾ ਕਿਸੇ ਇਵੈਂਟ ਨੂੰ, ਜੇ ਉੱਥੇ ਇੱਕ ਸਰਦਾਰ ਪੱਗ ਵਾਲਾ ਬੈਠਾ ਹੋਵੇ ਨਾ, ਤੇ ਇਹ ਜ਼ਿਆਦਾ ਨਿਚਲੀਏ ਗੋਰੇ ਕਵਰ ਕਰਨਗੇ ਉਹਦੇ ਫੋਟੋਗ੍ਰਾਫਰ ਵੀ। ਕਹਿੰਦਾ ਜੇ ਬਾਕੀਆਂ ਤੇ 2 ਵਾਰੀ ਕੈਮਰਾ ਘੁੰਮਦਾ ਨਾ, ਉਹ ਪੱਗ ਤੇ 10 ਵਾਰੀ ਕੈਮਰਾ ਘੁੰਮਦਾ। ਮੈਂ ਤੁਹਾਨੂੰ ਇੱਕ ਮਜ਼ੇ ਦੀ ਗੱਲ ਦੱਸਦਾ, ਇਟਸ ਫਨੀ। ਮੈਚ ਦੀ ਗੇਮ ਦੇਖਣ ਚੱਲ ਗਿਆ। ਅੱਛਾ ਜੀ, ਠੀਕ ਹੈ, ਹਾਂਜੀ। ਕੋਈ ਪ੍ਰੋਗਰਾਮ ਸੀਗਾ, ਅਸੀਂ ਉੱਥੇ ਚਲੇ ਗਏ ਤੇ ਅਸੀਂ ਜਾ ਕੇ ਬੈਠ ਗਏ। ਆਈ ਹੈਵ ਨੋ ਆਈਡੀਆ ਕਿ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਗੇਮ ਦੇਖ ਰਹੇ ਅਸੀਂ, ਗੱਲਾਂ ਗੁੱਲਾਂ ਕਰ ਰਹੇ ਹਾਂ। ਆਲ ਆਫ ਸਡਨ ਮੇਰੇ ਨਾਲ ਕੋਈ ਬੈਠਾ ਸੀ, ਹਰਪ੍ਰੀਤ, ਕਹਿੰਦਾ ਲੁੱਕ ਐਟ ਦਾ ਸਕਰੀਨ। ਉਹ ਪਤਾ ਨਹੀਂ ਸਿਟੀ ਫੀਲਡ ਦੇ ਵਿੱਚ ਕਿੱਥੋਂ ਉਹਨਾਂ ਨੇ ਕੈਮਰਾ ਜਾਣੀ ਕਿ ਘੁਮਾ ਕੇ, ਮੇਰਾ ਖਿਆਲ ਆ ਵੀ ਮੈਂ ਇਕੱਲਾ ਹੀ ਉੱਥੇ ਸਰਦਾਰ ਹੋਣਾ ਉਸ ਵੇਲੇ, ਉਸ ਗੇਮ ਦੇ ਵਿੱਚ। ਤੁਹਾਡੇ ਤੇ ਕੈਮਰਾ ਮਾਰਿਆ ਸੀ? ਕੈਮਰਾ ਮਾਰਿਆ ਵੱਡੀ ਸਕਰੀਨ ਦੇ ਉੱਤੇ। ਮੈਨੂੰ ਆਈ ਵਿਸ਼ ਕਿ ਮੇਰੇ ਕੋਲ ਉਸ ਵੇਲੇ ਸੈੱਲ ਫੋਨ ਹੁੰਦਾ, ਮੈਂ ਪਿਕਚਰ ਖਿੱਚਦਾ ਵੀ ਭਾਈ ਆਹ ਦੇਖੋ ਵੀ ਤੁਹਾਡਾ ਸਰਦਾਰ ਕਿੱਥੇ ਬੈਠਾ। ਹੁਣ ਦੇਖੋ, ਹੁਣ ਜਿੱਦਾਂ ਇੱਥੇ ਨਿਊਯਾਰਕ ਦੇ ਵਿੱਚ ਬੱਸਾਂ ਦੇ ਉੱਤੇ, ਸਬਵੇਜ਼ ਦੇ ਉੱਤੇ, ਬੱਸ ਸਟਾਪ ਦੇ ਉੱਤੇ ਫੋਟੋ ਸੀ ਮੇਰੀ, ਠੀਕ ਹੈ ਨਾ। ਹਾਂਜੀ। ਹੁਣ ਤੁਸੀਂ ਤਾਂ ਮੈਨੂੰ ਜਾਣਦੇ ਆ ਵੀ ਭਾਈ ਇਹ ਤੂੰ ਰਿਹਾ, ਹਰਪ੍ਰੀਤ ਹੈ, ਹਰਪ੍ਰੀਤ ਸਿੰਘ ਤੂੰ ਰਿਹਾ, ਜੋ ਵੀ ਹੈਗਾ, ਲੋਕੀ ਤਾਂ ਨਾ ਜਾਣ, ਲੋਕਾਂ ਨੂੰ ਇਹ ਪਤਾ ਵੀ ਇਹ ਸਰਦਾਰ ਹੈ, ਲੋਕਾਂ ਨੂੰ ਇਹ ਪਤਾ ਵੀ ਦਾੜੀ ਕੇਸ ਪੱਗ ਵਾਲਾ ਬੰਦਾ, ਇਹ ਕੋਈ ਇੱਕ ਆਪਣਾ ਸਿੱਖ ਰਿਲੀਜਨ ਨੂੰ ਫੋਲੋ ਕਰਨ ਵਾਲਾ ਬੰਦਾ, ਉਹਨੂੰ ਤਾਂ ਇਹ ਪਤਾ, ਠੀਕ ਹੈ ਨਾ। ਸੋ ਦੈਟਸ ਦਾ ਹੋਲ ਏਮ। ਜਿਹੜੀ ਬਾਕੀ ਆਪਣੀ ਇੰਡੀਅਨ ਕਮਿਊਨਿਟੀ ਹੈਗੀ ਆ, ਮਤਲਬ ਚਲੋ ਅਦਰ ਕੰਟਰੀ ਦੇ ਜੂਸ਼ ਹੋ ਗਏ ਜਾਂ ਦੂਸਰੇ ਵੀ ਸਪੈਨਿਸ਼ ਜਾਂ ਵਾਟਐਵਰ, ਆਪਣੀ ਜਿਹੜੀ ਦੂਸਰੀ ਕਮਿਊਨਿਟੀ ਆ ਉਹ ਕਿੱਦਾਂ ਕੋਆਪਰੇਟ ਕਰ ਰਹੀ ਹੈ? ਦੇਖੋ, ਮੈਂ ਇੰਡੀਆ ਦੀ ਗੱਲ ਕਰ ਰਿਹਾ, ਅਦਰ ਕਮਿਊਨਿਟੀ ਦੀ ਗੱਲ ਕਰ ਰਿਹਾ। ਦੇਖੋ, ਜਿਹੜੇ ਬੰਦਿਆਂ ਨੂੰ ਤਾਂ ਪਤਾ ਕਿ ਮੈਂ ਕੰਮ ਕਿਹੜੇ ਕੀਤੇ ਹੋ, ਉਹ ਤਾਂ ਜਿਹੜੇ ਨੌਨ ਪੰਜਾਬੀ ਵੀ ਆ ਨਾ, ਦੇ ਰਿਸਪੈਕਟ। ਬਾਕੀ ਵੋਟਾਂ ਪਈਆਂ ਤਾਂ ਪਤਾ ਲੱਗਦਾ, ਠੀਕ ਹੈ, ਕਿਉਂਕਿ ਓਵਰ ਐਸਟੀਮੇਟ ਕਦੀ ਨਹੀਂ ਕਰਨਾ ਚਾਹੀਦਾ। ਤੇ ਬਟ ਐਟ ਦਾ ਸੇਮ ਟਾਈਮ ਇੰਨਾ ਜ਼ਰੂਰ ਆ ਕਿ ਜਿੰਨਾ ਮੈਂ ਬਾਹਰ ਜਾਂਦਾ ਉਹਨਾਂ ਮੈਨੂੰ ਇਹ ਪਤਾ ਲੱਗ ਰਿਹਾ ਕਿ ਲੋਕੀ ਆ ਜਿਹੜੇ ਉਹਨਾਂ ਨੂੰ ਪਤਾ ਹੈ ਕਿ ਅਚੀਵਮੈਂਟਸ ਕੀ ਕੀਤੀਆਂ ਵਿਦਨ ਸਾਊਥ ਏਸ਼ੀਅਨ ਕਮਿਊਨਿਟੀ, ਹਾਂਜੀ। ਤੇ ਹੁਣ ਜਿਹੜਾ ਏਮ ਆ ਉਹ ਇਹ ਆ ਭਈ ਯੈਸ, ਇਲੈਕਸ਼ਨ ਜਿੱਤਣੀ ਹੈ ਜਿਹੜੀ ਨੈਚੁਰਲੀ ਤੁਸੀਂ ਰਨ ਕਰਦੇ ਆ, ਜਿੱਤਣ ਨੂੰ ਰਨ ਕਰਦੇ ਆ, ਇਹ 'ਚ ਕੋਈ ਸ਼ੱਕ ਨਹੀਂ ਹੈ। ਪਰ ਜਿਹੜਾ ਲੌਂਗ ਟਰਮ ਮੈਨੂੰ ਇੰਨਾ ਪਤਾ ਹੈਗਾ ਕਿ ਜੋ ਮੇਰਾ ਐਕਸਪੀਰੀਅੰਸ ਹੈ ਤੁਹਾਡੇ ਨਾਲ ਜਿੰਨਾ ਵੀ ਹੈ, ਤੁਸੀਂ ਡਿਜ਼ਰਵ ਕਰਦੇ। ਥੈਂਕ ਯੂ ਮਹਾਰਾਜ।
ਪਰ ਇੱਕ ਚੀਜ਼ ਜਿਹੜੀ ਮੈਂ ਜਾਣੀ ਕਿ ਐਡ ਕਰਨੀ ਚਾਹੁੰਦਾ ਨਾ ਵੀ ਜਿੱਦਾਂ 2010 ਦੇ ਰਨ ਤੋਂ ਅਸੀਂ 2020 ਮੈਂ ਸੋਚਿਆ ਸੀ, ਮੈਂ ਅੱਜ ਤੋਂ 2 ਸਾਲ ਪਹਿਲਾਂ 2030 ਸੋਚਣਾ ਸ਼ੁਰੂ ਕੀਤਾ ਹੈ ਤੇ ਉਹਦੇ ਉੱਤੇ ਕੰਮ ਕਰ ਰਿਹਾ ਕਿ ਅਸੀਂ 2030 'ਚ ਕਿੱਥੇ ਹੋਣਾ। ਔਰ ਉਸ ਦੇ ਨਾਲ ਨਾਲ ਹੀ ਭਈ ਜਿਹੜੇ ਅਗਲਾ ਜਿਹੜਾ 2022 ਹੋਣਾ ਨਾ, ਇਹ ਬੜਾ ਇੰਪੋਰਟੈਂਟ ਈਅਰ ਹੈ। ਕਿਉਂ? ਕਿਉਂਕਿ ਰੀਡਿਸਟ੍ਰਿਕਟਿੰਗ ਹੋਣੀ ਹੈ, ਨਵੇਂ ਡਿਸਟ੍ਰਿਕਟ ਬਣਨੇ ਆ, ਬਾਉਂਡਰੀ ਸਾਰਾ ਚੇਂਜ ਠੀਕ ਹੈ ਨਾ। ਸੋ ਕਹਿਣ ਦਾ ਮਤਲਬ ਇਹ ਆ ਕਿ ਮੇਰੀ ਜਿਹੜੀ ਜੱਦੋ-ਜਹਿਦ ਆ ਨਾ, ਉਹ ਸਿਰਫ ਇੱਥੇ ਤੱਕ ਨਹੀਂ ਪਈ ਜੀ ਤੁਸੀਂ ਇਲੈਕਸ਼ਨ 'ਚ ਰਨ ਕਰ ਲਿਆ ਜੀ, ਜਿੱਤ ਗਏ ਜੀ ਜਾਂ ਨਹੀਂ ਜਿੱਤੇ ਜੀ, ਤੇ ਅੱਛਾ ਜੀ ਘਰ ਦੇ ਆ ਜਿਹੜੇ ਉਹ ਨਾ ਫੋਟੋ ਲਾ ਕੇ ਰੱਖਣਗੇ, ਹਾਂਜੀ ਸਾਡਾ ਜੀ ਆ ਫਲਾਨਾ ਜਿਹੜਾ ਬਜ਼ੁਰਗ ਸੀਗਾ ਅਸੀਂ ਇਹ ਰਨ ਕੀਤਾ ਸੀ। ਉਹ ਏਮ ਉਹ ਨਹੀਂ ਹੈ ਮੇਰਾ, ਸੀ ਵਾਲਾ ਏਮ ਨਹੀਂ ਹੈ ਮੇਰਾ, ਆਉਣ ਵਾਲਾ ਏਮ ਹੈ ਤੇ ਜਿਹੜੇ ਨਿਆਣਿਆਂ ਨੇ ਆਉਣਾ ਉਹ ਬਹੁਤ ਜ਼ਰੂਰੀ ਹੈ। ਉਹ ਔਰ ਇਹ ਨਾ ਦੇਖੋ ਨਿਆਣੇ ਤੇ ਗੱਲ ਚੱਲੀ ਹੈ, ਮੈਂ ਦੇਖ ਰਿਹਾ ਵੀ ਚਲੋ ਅਸੀਂ ਲੋਕ ਜਦੋਂ ਪਿੱਛੋਂ ਆਏ ਸੀਗੇ ਸਾਡੀ ਏਜ ਗਰੁੱਪ ਦੇ ਜਿਹੜੇ ਆ ਮਿਹਨਤ ਕੀਤੀ, ਪਿੱਛੇ ਦਾ ਵੀ ਧਿਆਨ ਰੱਖਿਆ, ਇੱਥੇ ਵੀ ਮਿਹਨਤ ਕੀਤੀ, ਪਰ ਅਸੀਂ ਬੱਚੇ ਪੜ੍ਹਾ ਲਏ। ਬੱਚੇ ਕਿਸੇ ਦਾ ਵੀ ਪੁੱਛੋ ਤੁਸੀਂ, ਬੱਚੇ ਬੜੀ ਅੱਛੀ ਪੋਜੀਸ਼ਨ ਨੇ। ਚਲੋ ਕੁਝ ਲੋਕ ਠੀਕ ਹੈ ਬਿਜ਼ਨਸ 'ਚ ਪੈ ਗਏ ਹੋਣੇ ਨਾ, ਪਰ ਪੜ੍ਹਾਈ ਦੇ ਵਿੱਚ ਬਹੁਤ ਅੱਗੇ ਹੈ ਆਪਣੇ ਬੱਚੇ, ਬੜੀ ਖੁਸ਼ੀ ਦੀ ਗੱਲ ਹੈ। ਉਹਦਾ ਕਾਰਨ ਹੈ ਜਿਹੜਾ ਉਹ ਇਹ ਆ ਕਿ ਅਸੀਂ ਹੁਣ ਉਹਨਾਂ ਨੂੰ ਰਾਜਨੀਤੀ 'ਚ ਲਿਆਉਣਾ ਤੁਹਾਡਾ ਕੰਮ ਮੇਰੇ ਵੱਲੋਂ ਤਾਂ ਪੂਰੀ ਕੋਸ਼ਿਸ਼ ਹੈ, ਕਿਉਂਕਿ ਸਾਡੇ ਵਾਸਤੇ ਨਾ ਵੀ ਨੀਡ ਟੂ ਅੰਡਰਸਟੈਂਡ ਦਿਸ ਥਿੰਗ ਭਈ ਪੜ੍ਹਾਈ ਹੈ ਜਿਹੜੀ ਸਾਨੂੰ ਪੜ੍ਹਾਈ ਹੈ ਜਿਹੜੀ ਉਹ ਕਿਸੇ ਲੈਵਲ ਤੱਕ ਲੈ ਜਾਊਗੀ, ਉਹ ਤੋਂ ਅੱਗੇ ਜੇ ਜਾਣਾ ਨਾ ਉਹ ਰਾਜਨੀਤੀ ਜ਼ਰੂਰੀ ਹੈ। ਜ਼ਰੂਰ ਠੀਕ ਹੈ, ਪਹਿਲੀ ਗੱਲ। ਦੂਜੀ ਗੱਲ ਜਿਹੜੀ ਅਮਰੀਕਨ ਰਾਜਨੀਤੀ ਹੈ ਨਾ, ਇਹ ਇੰਡੀਅਨ ਰਾਜਨੀਤੀ ਨਾਲੋਂ ਕਾਫੀ ਡਿਫਰੈਂਟ। ਕੁਛ ਇੱਕ ਚੀਜ਼ਾਂ ਜਿਹੜੀਆਂ 'ਚ ਕੋਈ ਸ਼ੱਕ ਨਹੀਂ ਹੈ ਵੀ ਉਹੀ ਗੱਲ ਵੀ ਘਰੋਂ ਬੰਦੇ ਚੱਕਣੇ ਆ, ਵੋਟਾਂ ਪਾਉਣੀਆਂ, ਕੁਛ ਇੱਕ ਚੀਜ਼ਾਂ ਸੇਮ ਹੈ ਠੀਕ ਹੈ ਨਾ, ਪਰ ਕੈਂਪੇਨਿੰਗ ਹੈ ਜਿਹੜੀ ਉਹ ਡਿਫਰੈਂਟ ਹੈ। ਇੱਥੇ ਇੰਡੀਆ ਵਾਂਗੂ ਨਹੀਂ ਹੈਗੀ ਹੈ ਭਈ ਜੀ ਘਰ ਜਾ ਕੇ ਤਾਂ ਸੌਰੀ ਟੂ ਸੇ ਭਈ ਜੀ ਅੱਛਾ ਤੁਹਾਡੇ ਘਰ ਦੀਆਂ ਕਿੰਨੀਆਂ ਵੋਟਾਂ, ਮੇਰੀਆਂ 5 ਆ ਜੀ, ਅੱਛਾ ਲੈ ਫਿਰ 5000 ਤਾਂ ਵੋਟਾਂ 5 ਜਿਹੜੀ ਸਾਨੂੰ ਪਾ ਦੇ। ਇੱਥੇ ਇੱਦਾਂ ਨਹੀਂ, ਯੂ ਕੈਨ ਨਾਟ ਡੂ ਦੈਟ। ਐਂਡ ਇਫ ਸਮਬਡੀ ਟ੍ਰਾਈਜ਼ ਟੂ ਡੂ ਇਟ ਸੂਨਰ ਔਰ ਲੇਟਰ ਜਦੋਂ ਫੜਿਆ ਜਾਣਾ ਨਾ, ਉਹਦਾ ਤਾਂ ਫਿਰ ਇੱਥੇ ਇੱਕੋ ਹੀ ਆ ਤੇ ਅਗਲਿਆਂ ਨੇ ਪਹਿਲਾਂ ਤਾਂ ਧੂੰ ਕੱਢ ਦੇਣਾ ਤੁਹਾਡੇ ਮੁਕੱਦਮੇਬਾਜ਼ੀ ਕਰਕੇ, ਤਾਂ ਬਾਅਦ ਵਿੱਚ ਤੁਹਾਨੂੰ ਉਹਨਾਂ ਨੇ ਰੈਗੂਲੇਸ਼ਨ ਕਾਫੀ ਸਟਰੋਂਗ ਹੈ। ਅੱਛਾ, ਇਹ ਤੁਹਾਡਾ ਕੰਪੇਨਿੰਗ ਦਾ ਚੱਲ ਰਿਹਾ ਤੇ ਇਹ ਕੋਵਿਡ-19 ਜਿਹੜੇ ਚੱਲ ਰਿਹਾ, ਇਹਦੇ 'ਚ ਤੁਹਾਨੂੰ ਮਤਲਬ ਕਿਉਂਕਿ ਹਾਲਾਤ ਤਾਂ ਵੈਸੇ ਸਾਡੇ ਕੋਲ ਤਾਂ ਅਮਰੀਕਾ 'ਚ ਕਾਫੀ ਸੁਧਾਰ ਹੋ ਗਿਆ, ਪਰ ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ ਜਾਂ ਕੀ ਇਹਦੇ ਵਿੱਚ ਕਿਹੜੇ ਰੈਗੂਲੇਸ਼ਨ ਹੈ ਜਿਹੜੇ ਤੁਹਾਡੇ ਤੇ ਸਿਟੀ ਦੇ ਮਤਲਬ ਲਾਗੂ ਹੋ ਰਹੇ ਨੇ, ਵੀ ਕਿੱਦਾਂ ਤੁਸੀਂ ਕੰਪੇਨਿੰਗ ਕਰ ਰਹੇ ਹੋ? ਦੇਖੋ ਜੀ, ਪਹਿਲੀ ਗੱਲ ਤਾਂ ਇਹ ਆ ਕਿ ਮੈਂ ਖੁਦ ਕੋਵਿਡ ਸਰਵਾਈਵ ਕੀਤਾ ਪਿਛਲੇ ਸਾਲ। ਪਤਾ ਸਭ ਤੋਂ ਪਹਿਲੇ ਤੁਸੀਂ ਹਸਪੀਟਲ 2 ਵਾਰੀ, ਸਾਡੀ ਵਾਰੀ ਤਾਂ ਬਾਅਦ ਚ ਆਈ, ਆਕਸੀਜਨ ਵੀ ਲੱਗੀ ਰਹੀ ਆ ਤੇ ਮੇਰਾ ਖਿਆਲ ਹੈ ਵੀ ਮੈਜੋਰਟੀ ਜਿਹੜੇ ਮੇਰੇ ਯਾਰ ਦੋਸਤ ਸੀਗੇ ਤੁਸੀਂ ਸਫ਼ਰ ਜ਼ਿਆਦਾ ਕੀਤਾ ਤੇ ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਤੂੰ ਤਾਂ ਹੁਣ ਗਿਆ। ਹਾਂਜੀ, ਇੱਥੋਂ ਤੱਕ ਕਿ ਕਈ ਬੰਦਿਆਂ ਨੇ ਬਹੁਤ ਅਰਦਾਸਾਂ ਕੀਤੀਆਂ ਵੀ ਭਾਈ ਇਹਨੂੰ ਰੱਬ ਅੱਗੇ ਇਹਨੂੰ ਤੰਦਰੁਸਤੀ ਬਖਸ਼ੇ, ਔਰ ਸ਼ਾਇਦ ਉਹਨਾਂ ਹੀ ਅਰਦਾਸਾਂ ਨੇ ਮੈਨੂੰ ਬਚਾਇਆ ਨਹੀਂ ਕੀਤੀਆਂ ਔਰ ਪ੍ਰਮਾਤਮਾ ਨੇ ਸ਼ਾਇਦ ਆਹ ਕੰਮ ਹੈ ਜਿਹੜਾ ਇਹ ਅਜੇ ਰਹਿੰਦਾ ਸੀ ਕਰਨੇ ਵਾਲਾ, ਰੱਬ ਨੇ ਕਰਵਾਉਣਾ ਸੀ ਜਿਹਦੇ ਕਰਕੇ ਜਾਨ ਬਖਸ਼ੀ ਆ। ਹਾਂ, ਇਹਨਾਂ ਜ਼ਰੂਰ ਆ ਭਈ ਕੋਵਿਡ ਕਰਕੇ ਸਾਨੂੰ ਇਸ਼ੂ ਬਣੇ ਆ, ਜਦ ਅਸੀਂ ਸਿਗਨੇਚਰ ਕਰਾਉਣੇ ਸੀ ਤੁਸੀਂ ਘਰਾਂ ਜਾਂਦੇ ਆ, ਯੂ ਕੈਨ ਨਾਟ ਗੋ। ਹਾਂਜੀ, ਹੁਣ ਠੀਕ ਹੈ ਸਾਡੇ ਵੈਕਸੀਨੇਸ਼ਨ ਹੋ ਗਈ ਆ, ਲੋਕਾਂ ਦੇ ਕਈਆਂ ਦੇ ਹੋ ਗਈ ਆ, ਤਕਰੀਬਨ ਮੇਰਾ ਖਿਆਲ ਹੈ ਨਿਊਯਾਰਕ ਦੇ ਵਿੱਚ ਅਸੀਂ 35% ਤੋਂ ਉੱਤੇ ਚੱਲ ਰਹੇ 12 ਸਾਲ ਦੇ ਬੱਚੇ 12 ਤੋਂ 15 ਦੇ ਹੁਣ ਵੀ ਓਕੇ ਕੀਤੇ ਆ, ਪਰ ਅਜੇ ਵੀ ਜਿਹੜਾ ਇਸ਼ੂ ਆ ਨਾ, ਜਿਹੜਾ ਹੁਣ ਇੰਡੀਆ ਤੋਂ ਜਿਹੜਾ ਵਾਇਰਸ ਆ ਰਿਹਾ ਹੈਗਾ ਉਹ ਖਤਰਨਾਕ ਹੈ ਤੇ ਵੈਕਸੀਨੇਸ਼ਨ ਜ਼ਰੂਰੀ ਆ। ਮੈਨੂੰ ਇੰਨਾ ਪਤਾ ਵੀ ਅਸੀਂ ਕਿਸੇ ਨੂੰ ਕਾਲ ਕੀਤੀ ਸੀ, ਜਾਣਾ ਸੀ ਸਿਗਨੇਚਰ ਲੈਣੀ, ਤਾਂ ਉਹ ਕਹਿੰਦੇ ਵੀ ਤੂੰ ਸਾਹਿਬ ਇੱਦਾਂ ਆ ਵੀ ਤੁਸੀਂ ਕਾਗਜ਼ ਆ ਜਿਹੜੇ ਮੇਲ ਬਾਕਸ 'ਚ ਰੱਖ ਜਾਇਓ, ਅਸੀਂ ਉੱਥੋਂ ਪਿਕ ਕਰਕੇ ਸਾਈਨ ਕਰਕੇ ਤੁਹਾਨੂੰ ਕਾਲ ਕਰ ਦੇਵਾਂਗੇ ਆ ਕੇ ਪਿਕ ਕਰ ਜਾਇਓ। ਠੀਕ ਹੈ, ਕਿਉਂਕਿ if that is what we have to do, that's what we will do. ਤੂਰ ਸਾਹਿਬ, ਆਪਾਂ ਹੁਣ ਥੋੜਾ ਜਿਹਾ ਮਤਲਬ ਨਿੱਜੀ ਇੱਕ ਸਵਾਲ ਕਰ ਲਈਏ। ਹਾਂਜੀ, ਥੋੜਾ ਆਪਣੀ ਕਦੋਂ ਤੁਸੀਂ ਆਏ ਸੀ ਇੱਥੇ, ਕਦੋਂ ਐਂਟਰੀ ਹੋਈ ਸੀ ਔਰ ਪਿਛੋਕੜ ਕਿੱਥੇ ਦਾ ਹੈਗਾ? ਕਿਉਂਕਿ ਇਹ ਕਈ ਵਾਰੀ ਮੀਡੀਆ ਸਾਨੂੰ ਪੁੱਛਦੇ ਆ ਜੀ ਤੂਰ ਸਾਹਿਬ ਕਿੱਥੋਂ ਹੈ ਜੀ, ਕਿਹੜੇ, ਇਹ ਸ਼ੌਂਕ ਹੁੰਦਾ ਨਾ ਲੋਕਾਂ ਨੂੰ ਪੁੱਛਣ ਦਾ ਕਿ ਕਿਹੜੇ ਇਲਾਕੇ ਤੋਂ? ਦੇਖੋ ਜੀ, ਮੈਂ ਐਕਚੁਅਲੀ ਓਰੀਜਨਲੀ ਪਿੰਡ ਹੈ ਜਿਹੜਾ ਹੁਸ਼ਿਆਰਪੁਰ ਦੇ ਕੋਲ ਪੈਂਦਾ ਤੇ ਛੋਟਾ ਜਿਹਾ ਪਿੰਡ ਹੈ, ਕੋਈ ਬਹੁਤਾ ਵੱਡਾ ਪਿੰਡ ਨਹੀਂ ਹੈ ਤੇ ਪਿੰਡ ਹੀ ਹੈ। ਪੜ੍ਹਾਈ ਮੇਰੀ ਹੈ ਜਿਹੜੀ ਉਹ ਨੈਚੁਰਲੀ ਆ
ਪੜ੍ਹਾਈ ਲਿਖਾਈ ਆ ਮੇਰੀ ਜਿਹੜੀ ਆ ਕਾਲਜ ਤੱਕ ਤਾਂ ਮੈਂ ਕਈਆਂ ਥਾਵਾਂ ਤੇ ਗਿਆ, ਪਰ ਕਾਲਜ ਮੇਰਾ ਐਜੂਕੇਸ਼ਨ ਹੈ ਉਹ ਪਟਿਆਲੇ ਆ। ਤੇ ਯਾ ਮੈਂ ਪਟਿਆਲੇ ਪੜ੍ਹਿਆ ਹੈਗਾ ਆ, ਖਾਲਸਾ ਕਾਲਜ, ਪਹਿਲਾਂ ਮਹਿੰਦਰਾ ਕਾਲਜ, ਫਿਰ ਖਾਲਸਾ ਕਾਲਜ ਸੀ। ਇਹ ਤੁਹਾਨੂੰ ਪਤਾ ਨਾ ਕਿ ਮੈਂ ਪਟਿਆਲੇ ਤੋਂ। ਕੀ ਬਾਤ ਹੈ, ਕਿਹੜੇ ਏਰੀਆ ਤੋਂ? ਆਈ ਹਰਿੰਦਰ ਨਗਰ। ਅੱਛਾ, ਹਰਿੰਦਰ ਡੀਐਲਐਫ ਕਲੋਨੀ ਤੇ ਸਰਹੰਦ ਰੋਡ ਤੇ। ਹਾਂਜੀ ਯਾ ਉਹ ਏਰੀਆ। ਓਕੇ ਓਕੇ, ਹਰਿੰਦਰ ਨਗਰ ਫਿਰ ਬਾਅਦ ਚ ਬਣਿਆ। ਮੈਂ ਉੱਥੋਂ 76 ਚ ਅਸੀਂ ਪਟਿਆਲਾ ਛੱਡਿਆ ਸੀ। ਠੀਕ ਹੈ। ਯਾ ਮੇਰਾ ਬੈਕਅਪ ਸਟੂਡੀਓ ਆਊਟਸੋਰਸਿੰਗ ਸੈਂਟਰ ਵੀ ਉੱਥੇ ਹੀ ਓਕੇ। ਮੇਰਾ ਨਾ ਆਪਣਾ ਮੈਂ ਕਈ ਵਾਰੀ ਨਾ ਹੱਸਦਾ ਹੁੰਦਾ ਆ, ਉਹ ਫਿਲਮ ਆਈ ਸੀ ਲਰਨਿੰਗ ਟੂ ਡਰਾਈਵ ਨਾ, ਜਿਸ ਵਿੱਚ ਸਰ ਬੈਨ ਕਿੰਗਸਲੀ ਪਲੇਡ ਦਾ ਰੋਲ ਆਫ ਸਰਦਾਰ। ਹਾਂਜੀ, ਤੇ ਮੈਂ ਐਡਵਾਈਜ਼ਰ ਸੀਗਾ। ਜਿਹੜਾ ਸ਼ੂਟ ਹੋਇਆ ਸੀ ਗੁਰਦੁਆਰਾ? ਹਾਂਜੀ, ਗੁਰਦੁਆਰੇ ਜਿਹੜੀ ਸ਼ੂਟਿੰਗ ਹੋਈ ਸੀ, ਰਿਚਮੰਡ ਜਿਹੜੀ ਸ਼ੂਟਿੰਗ ਹੋਈ ਸੀ, ਉਹ ਸਾਰਾ ਕੁਝ ਰੱਬ ਨੇ ਮੇਰੇ ਕੋਲੋਂ ਕਰਵਾਇਆ ਸੀ ਉਹ। ਤਾਂ ਮੈਨੂੰ ਕਿਸੇ ਨੇ ਸਵਾਲ, ਅਸੀਂ ਨਾ ਉੱਥੇ ਟੋਰਾਂਟੋ ਜਿਹੜਾ ਫਿਲਮ ਫੈਸਟੀਵਲ ਆ, ਉੱਥੇ ਸਾਡੀ ਜਿਹੜੀ ਇਹ ਮੂਵੀ ਸੀ ਨਾ, ਇਹ ਸੈਕੰਡ ਨੰਬਰ ਤੇ ਆ ਗਈ ਸੀ। ਅੱਛਾ। ਯਾ ਹੋਰ ਹੈਗੇ ਆ ਫਿਲਮ ਫੈਸਟੀਵਲ ਜਿੱਥੇ ਨੰਬਰ 1 ਤੇ ਆਈ ਆ, ਪਰ ਟੋਰਾਂਟੋ ਫਿਲਮ ਫੈਸਟੀਵਲ ਹੈ ਜਿਹੜਾ ਨਾ, ਇਟਸ ਵਨ ਆਫ ਦਾ ਮੇਜਰ ਫੈਸਟੀਵਲ, ਤੇ ਉੱਥੇ ਇਹ ਜਿਹੜੀ ਹੈਗੀ ਆ 2 ਨੰਬਰ ਤੇ ਆਈ। ਤਾਂ ਉੱਥੇ ਮੈਨੂੰ ਕਿਸੇ ਨੇ ਪੁੱਛਿਆ, ਸਵਾਲ ਪੁੱਛਿਆ, ਕਹਿੰਦਾ ਕਿ ਹਾਊ ਯੂ ਫੀਲ ਅਬਾਊਟ ਇਟ। ਤਾਂ ਮੈਂ ਉਹਨੂੰ ਇੱਕੋ ਗੱਲ ਕਹੀ, ਮੈਂ ਕਿਹਾ ਭਾਈ ਮੇਰੇ ਲਈ ਤਾਂ ਇਟਸ ਅ ਟੋਟਲੀ ਡਿਫਰੈਂਟ ਫੀਲਿੰਗ ਕਿ ਵਾਕਿੰਗ ਫਰਮ ਡਰਟ ਕਾਰਪੈਟ ਟੂ ਰੈਡ ਕਾਰਪੈਟ। ਤਾਂ ਮੈਨੂੰ ਕਹਿੰਦਾ what do you mean by dirt carpet? ਮੈਂ ਕਿਹਾ ਭਰਾ ਮੈਂ ਪਿੰਡਾਂ 'ਚ ਬੜਿਆ ਰਿਹਾ, ਮਿੱਟੀ 'ਚ ਅਸੀਂ ਖੇਤਾਂ ਦੇ ਵਿੱਚ ਭੁੱਲਦੇ ਰਹੇ ਹਾਂ। ਹਾਂਜੀ, ਸੋ ਮਿੱਟੀ ਤੋਂ ਲੈ ਕੇ ਇੱਥੇ ਆ ਕੇ ਰੈਡ ਕਾਰਪੈਟ ਦੇ ਉੱਤੇ ਵਾਕ ਕਰਨਾ, ਇਟਸ ਅ ਬਿਗ ਡੀਲ। ਅਗੇਨ ਕ੍ਰੈਡਿਟ ਗੋਜ਼ ਟੂ ਦ ਕਮਿਊਨਿਟੀ, ਕਿ ਜਿਨ੍ਹਾਂ ਨੂੰ ਭਰੋਸਾ ਆ, ਜਿਨ੍ਹਾਂ ਨੂੰ ਇਸ ਚੀਜ਼ ਦਾ ਪਤਾ ਆ ਵੀ ਇਹ ਬੰਦਾ ਆ ਜਿਹੜਾ ਵੀ ਜੇ ਕੁਝ ਕਰੂਗਾ ਤਾਂ ਉਹ ਕਮਿਊਨਿਟੀ ਲਈ ਕਰੂਗਾ, ਆਪਣੇ ਲਈ ਨਹੀਂ ਕਰੂਗਾ। ਦੈਟ ਇਜ਼ ਵੈਰੀ ਓਨਰੇਬਲ ਥਿੰਗ ਫॉर ਮੀ। ਮੇਰੇ ਲਈ ਇਹ ਬਹੁਤ ਫਖਰ ਵਾਲੀ, ਮਾਣ ਵਾਲੀ ਗੱਲ ਆ ਭਈ ਬੰਦੇ ਆ ਜਿਹੜੇ ਉਹਨਾਂ ਨੂੰ ਮੇਰੇ ਤੇ ਇੰਨਾ ਭਰੋਸਾ ਹੈਗਾ ਭਈ ਇਹ ਕਮਿਊਨਿਟੀ ਦਾ ਸੋਚੂਗਾ, ਆਪਣਾ ਨਹੀਂ। ਹਾਂਜੀ, ਤੇ ਤੂਰ ਸਾਹਿਬ ਚਲੋ ਬੜੀ ਖੁਸ਼ੀ ਹੋਈ ਤੁਹਾਨੂੰ। ਥੈਂਕ ਯੂ ਮਹਾਰਾਜ। ਤਾਂ ਬਾਈ ਚਾਂਸ ਮੌਕਾ ਮਿਲ ਗਿਆ, ਤੁਹਾਡਾ ਆਫਿਸ ਦੇ ਦਰਸ਼ਨ ਵੀ ਹੋ ਗਏ। ਤੇ ਇੱਕ ਲਾਸਟ ਵਿੱਚ ਆਪਣਾ ਪੰਜਾਬ ਐਨਆਰਆਈ ਟੀਵੀ ਆ ਸਾਡਾ ਦੂਸਰੇ ਜਿਹੜੇ ਸੈਗਮੈਂਟ ਹੈਗੇ ਨੇ ਆਪਣਾ ਪੰਜਾਬ ਨਿਊਜ਼ਪੇਪਰ, ਉਹਦੇ ਤੇ ਥਰੂ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ, ਔਰ ਖਾਸ ਕਰਕੇ ਅਸੀਂ ਅਗਲੀ ਜਨਰੇਸ਼ਨ ਵਾਸਤੇ ਵੀ ਕਿੱਦਾਂ ਕਿੰਨੇ ਕੁ ਐਕਟਿਵ ਹੈਗੇ ਆ ਅਸੀਂ, ਤੇ ਕੀ ਤੁਸੀਂ ਮੈਸੇਜ ਦੇਣਾ ਚਾਹੋਗੇ? ਦੇਖੋ ਜੀ, ਸਾਰਿਆਂ ਤੋਂ ਪਹਿਲੀ ਗੱਲ ਤਾਂ ਇਹ ਆ ਭਈ ਥੈਂਕ ਯੂ ਆਪਣਾ ਪੰਜਾਬ ਦਾ ਤੇ ਤੁਹਾਡਾ ਆਉਣ ਵਾਸਤੇ, ਮਿਲਣ ਵਾਸਤੇ, ਹਾਂਜੀ। ਤੇ ਦੂਜੀ ਗੱਲ, ਜਿਹੜਾ ਮੇਰਾ ਮੈਸੇਜ ਹੈ ਨਾ, ਉਹ ਨਿਆਣਿਆਂ ਨੂੰ ਤਾਂ ਹੈਗਾ, ਪਰ ਮੇਰੇ ਆਪਣੀ ਜਿਹੜੀ ਸਾਡੀ ਜਨਰੇਸ਼ਨ ਉਹਨਾਂ ਨੂੰ ਵੀ ਹੈਗਾ ਵੀ ਜਿੰਨਾ ਚਿਰ ਅਸੀਂ ਉੱਠ ਕੇ ਆਪਣੇ ਪਾਰਟਿਸਿਪੇਟ ਨਹੀਂ ਨਾ ਪ੍ਰੋਪਰ ਕਰਨਾ, ਉਹਨਾਂ ਚਿਰ ਸਾਡਾ ਇਸ਼ੂ ਹੈਗਾ। ਠੀਕ ਹੈ ਜੀ। ਸਵਾਲ ਇਹ ਨਹੀਂ ਹੋਣਾ ਚਾਹੀਦਾ ਹੈਗਾ ਭਈ ਜੀ ਹਰਪ੍ਰੀਤ ਹੈ ਜਿਹੜਾ ਉਹ ਗੁਰਮੀਤ ਭਾਜੀ ਨੂੰ ਕਾਲ ਕਰਕੇ ਕਹਿ ਕਿ ਗੁਰਮੀਤ ਭਾਜੀ ਅੱਜ ਵੋਟਾਂ ਪੈਣੀਆਂ ਤੇ ਜਾ ਕੇ ਵੋਟ ਜ਼ਰੂਰ ਪਾ ਕੇ ਆਇਓ। ਗੁਰਮੀਤ ਭਾਜੀ ਨੂੰ ਪਤਾ ਹੋਣਾ ਚਾਹੀਦਾ ਅੱਜ ਵੋਟਾਂ ਪੈਣੀਆਂ ਤੇ ਜਾ ਕੇ ਵੋਟ ਪਾਉਣੀ ਹੈ। ਬਿਲਕੁਲ ਸਹੀ ਗੱਲ ਹੈ, ਪਤਾ ਹੋਣਾ ਚਾਹੀਦਾ। ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਵੋਟ ਕਿਹਨੂੰ ਪਾਉਣੀ ਤੇ ਕਿਉਂ ਪਾਉਣੀ। ਸਿਰਫ ਇਸ ਕਰਕੇ ਨਹੀਂ ਕਿ ਯਾਰੀ ਦੋਸਤੀ ਕਰਕੇ, ਇਸ ਕਰਕੇ ਉਹਨਾਂ ਨੂੰ ਆਸਾਨ ਵੀ ਨਹੀਂ ਕਰਨਾ ਚਾਹੀਦਾ ਕਿ ਜੀ ਮੈਂ ਵੋਟ ਪਾਉਣ ਚੱਲਿਆ ਤੂੰ ਸਾਹਿਬ ਯਾ ਚਲੋ ਇਨਸਾਨ ਹੈ ਨਾ ਜਿਹੜਾ ਉਹ ਕਈ ਚੀਜ਼ਾਂ ਜਿਹੜੀਆਂ ਨਾ ਬੰਦਾ ਪ੍ਰਾਊਡ ਫੀਲ ਕਰਦਾ, ਸੋਚ ਹੁੰਦੀ ਹੈ ਆਪਣੀ ਨਹੀਂ ਪ੍ਰਾਊਡ ਫੀਲ ਕਰਦਾ ਹੁੰਦਾ। ਕਈਆਂ ਨੂੰ ਹੁੰਦਾ ਵੀ ਯਾਰ ਕਈ ਮੇਰੇ ਦੋਸਤ ਜਿਹੜੇ ਮੇਰੇ ਨਾਲ ਕੰਮ ਕਰਦੇ ਹੈਗੇ ਆ, ਉਹ ਇਸ ਚੀਜ਼ ਦਾ ਮਾਣ ਮਹਿਸੂਸ ਕਰਦੇ ਕਿ ਅਸੀਂ ਤੂੰ ਨੂੰ ਆਪਣਾ ਯਾਰ ਕਹਿ ਸਕਦੇ। ਮੈਨੂੰ ਵੀ ਕਈਆਂ ਬੰਦਿਆਂ ਦੇ ਮਾਣ ਹੈ ਵੀ ਭਾਈ ਮੇਰਾ ਯਾਰ, ਮੇਰਾ ਦੋਸਤ ਹੈ, ਠੀਕ ਹੈ ਨਾ, ਉਹ ਚੀਜ਼ ਹੋ ਰਿਹਾ। ਪਰ ਪੋਲੀਟੀਕਲੀ ਜੇ ਅਸੀਂ ਚਾਹੁੰਦੇ ਹਾਂ ਨਾ ਵੀ ਜਿੱਦਾਂ ਤੁਸੀਂ ਕੈਨੇਡਾ ਦੀ ਗੱਲ ਕੀਤੀ ਸੀ, ਜੇ ਅਸੀਂ ਉਸ ਲੈਵਲ ਤੇ ਪਹੁੰਚਣਾ ਤਾਂ ਸਾਡੀ ਜਿਹੜੀ ਅਗਲੀ ਜਨਰੇਸ਼ਨ ਹੈ ਨਾ, ਉਹਨਾਂ ਨੂੰ ਪੋਲੀਟੀਕਲੀ ਇਨਵੋਲਵ ਹੋਣਾ ਪੈਣਾ। ਔਰ ਨਾਲ ਉਹਨਾਂ ਨੂੰ ਜਿਹੜੀ ਅਗਲੀ ਜਨਰੇਸ਼ਨ ਇਨਵੋਲਵ ਹੋ ਰਹੀ ਆ, ਉਹਨਾਂ ਨੂੰ ਸੱਚ ਬੋਲਣਾ ਪੈਣਾ। ਮੇਰਾ ਖਿਆਲ ਜਿਹੜੀ ਜਨਰੇਸ਼ਨ ਇੱਥੇ ਦੀ ਗਰੋ ਅਪ ਹੈ ਜਾਂ ਬੋਰਨ ਆ, ਉਹਨਾਂ ਨੂੰ ਤਾਂ ਇਹ ਨਹੀਂ ਪਤਾ ਕਿ ਝੂਠ ਹੁੰਦਾ ਕੀ ਨਹੀਂ, ਜੋ ਮੈਂ ਨੋਟ ਕੀਤਾ। ਨੋ ਦੈਟ ਇਜ਼ ਟਰੂ, ਪਰ ਪੋਲਿਟਿਕਸ ਹੈ ਜਿਹੜੀ ਇੱਕ ਐਸੀ ਚੀਜ਼ ਆ ਭਈ ਮੈਨੂੰ ਇੰਨਾ ਪਤਾ ਹੈ ਭਈ ਇਸ ਇਲੈਕਸ਼ਨ ਦੇ ਵਿੱਚ ਕੈਂਡੀਡੇਟਸ ਜਿਹੜੇ ਹੈਗੇ ਆ ਉਹ ਨਾ ਮਨ ਘੜਤ ਕਹਾਣੀਆਂ ਬਣਾ ਕੇ ਦੱਸੀ ਜਾਂਦੇ ਆ ਭਈ ਜੀ ਮੈਂ ਇੱਦਾਂ ਕੀਤਾ ਤੇ ਉੱਦਾਂ ਕੀਤਾ। ਨਾ, ਸੂਨਰ ਔਰ ਲੇਟਰ ਇੱਥੇ ਆ ਜਿਹੜੀਆਂ ਇਹ ਦਿਸ ਇਜ਼ ਗੋਇੰਗ ਟੂ ਹਿੱਟ ਯੂ ਔਨ ਦਾ ਫੇਸ।
ਪਰ ਜਿੱਦਣ ਇਹ ਤੁਹਾਡੇ ਫੇਸ ਤੇ ਹਿੱਟ ਕੀਤੀ ਦੈਨ ਯੂ ਆਰ ਗੋਇੰਗ ਟੂ ਲੁੱਕ ਐਟ। ਔਰ ਉਹਦੇ ਨਾਲ ਨਾ ਜਿਹੜਾ ਨੁਕਸਾਨ ਹੋਣਾ ਉਹ ਕਮਿਊਨਿਟੀ ਨੂੰ ਹੋਣਾ। ਜੇ ਮੈਂ ਅੱਜ ਝੂਠ ਬੋਲਿਆ, ਫੜਿਆ ਗਿਆ, ਜਿਹੜੀ ਤੁਸੀਂ ਜਿੱਦਾਂ ਗੱਲ ਕੀਤੀ ਸੀ ਨਾ ਭਈ ਪਤਾ ਲੱਗ ਜਾਂਦਾ ਹੈ ਵੀ ਸਰਦਾਰ ਆ, ਇੰਨੇ ਬੰਦੇ ਬੈਠੇ ਆ, ਸਰਦਾਰ ਤੇ ਜ਼ਿਆਦਾ ਅਟੈਂਸ਼ਨ ਆਉਂਦੀ ਆ। ਉਹ ਜੇ ਝੂਠ ਫੜਿਆ ਗਿਆ ਨਾ, ਉਹ ਸਾਡੇ ਤੇ ਜ਼ਿਆਦਾ ਅਟੈਂਸ਼ਨ ਹੋਣੀ, ਫਿਰ ਉਹਦੇ ਨਾਲ ਸਾਨੂੰ ਨੁਕਸਾਨ ਹੋਣਾ, ਸਾਡੇ ਨਿਆਣਿਆਂ ਨੂੰ ਨੁਕਸਾਨ। ਸੋ ਇਸ ਕਰਕੇ ਇਹ ਜਿਹੜਾ ਨਾ ਇਲੈਕਸ਼ਨ ਆਪਣੀ ਥਾਂ ਆ, ਪਰ ਇਹ ਕੰਮ ਹੈ ਜਿਹੜੇ ਇਹ ਆਪਣੀ ਥਾਂ। ਤੂਰ ਸਾਹਿਬ ਬਹੁਤ ਅੱਛਾ ਲੱਗਾ ਤੁਹਾਨੂੰ ਮਿਲ ਕੇ ਵੀ, ਔਰ ਅਸੀਂ ਵੀ ਦੁਆ ਕਰਦੇ ਹਾਂ ਕਿ ਤੁਸੀਂ ਜ਼ਰੂਰ ਕਾਮਯਾਬ ਹੋ ਇਸ ਮੂਵਮੈਂਟ ਦੇ ਵਿੱਚ। ਥੈਂਕ ਯੂ ਮਹਾਰਾਜ, ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ। ਤੁਹਾਨੂੰ ਸਾਡਾ ਪ੍ਰੋਗਰਾਮ ਕਿਹੋ ਜਿਹਾ ਲੱਗਿਆ ਦੱਸਣਾ ਨਾ ਭੁੱਲਿਓ। ਆਪਣੇ ਵਿਚਾਰ ਅਤੇ ਸੁਝਾਵਾਂ ਲਈ WhatsApp ਨੰਬਰ +1929 338 8833 ਤੇ ਮੈਸੇਜ ਕਰੋ। ਤੁਹਾਡੇ ਤੋਂ ਅਲਵਿਦਾ ਲੈਂਦੇ ਹੋਏ ਵਾਅਦਾ ਕਰਦੇ ਹਾਂ ਕਿ ਅਗਲੀ ਵਾਰ ਫੇਰ ਇੱਕ ਹੋਰ ਅਜੀਬ ਪੰਜਾਬੀ ਸ਼ਖਸੀਅਤ ਨਾਲ ਕਰਾਵਾਂਗੇ ਤੁਹਾਡੀ ਮੁਲਾਕਾਤ। ਪ੍ਰੋਗਰਾਮ ਦੇਖਣ ਲਈ ਡਾਊਨਲੋਡ ਕਰੋ ਸਾਡੀ ਐਪ ਆਪਣਾ ਪੰਜਾਬ ਮੀਡੀਆ ਬੱਲੇ ਬੱਲੇ। ਦੇਸ਼ ਦੁਨੀਆ ਦੀ ਹਰ ਖਬਰ ਤੇ ਨਜ਼ਰ ਰੱਖਣ ਦੇ ਲਈ ਹੁਣ ਸਾਡਾ ਡੇਲੀ ਇੰਟਰਨੈਸ਼ਨਲ ਐਡੀਸ਼ਨ ਪੜ੍ਹਨ ਦੇ ਲਈ ਲੌਗਇਨ ਕਰੋ ਸਾਡੀ ਵੈਬਸਾਈਟ ਤੇ www.apnapunjabmedia.com ਤੇ ਇਸੇ ਦੇ ਨਾਲ ਹੀ ਤੁਸੀਂ ਇੱਥੇ ਸਾਡਾ ਡੇਲੀ ਈ-ਪੇਪਰ ਵੀ ਪੜ੍ਹ ਸਕਦੇ ਹੋ ਤੇ ਜਲਦ ਹੀ ਵਿਜ਼ਿਟ ਕਰੋ ਸਾਡੀ ਵੈਬਸਾਈਟ ਤੇ।